श्री वाहिगुरु साहिब जी। गोंड मौका तार ले रामा ले मैं जान जान तरबी ना जानाओ बाप बीठला बाह दे मौका तार ले रामा तार ले। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुगी अटल शब्दा अवतार दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार अर सत्कार दे नाल अमृत बाणी हर हर तेरी सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। गोंड मौका तार ले रामा तार ले। परमेश्वर दे सन्मुख बेनती कर गए भगत नामदेव जी गौंड राग दे विच ये शुभ पावन शब्द उच्चारण करते हैं। हे रामा परमेश्वर मैनू किरपा करके संसार समुंदर तो तार लेना कर। मैनू तार लेना कर जिवें तू पिछले भगतां नूं तार लेना कीता इस तरह मैनू भी तार लेना कर। मैं अजान जान तरबे ना जानाओ मैं अज्ञात दास संसार समुंदर तो अपने आप तरना नहीं जानदा बाप बीठला बाह दे। हे बाप हे पिता हे परमेश्वर मैनू किरपा करके अपनी भगती रूप बाहां तो पकड़ के संसार समुंदर तो तार देना कर। विश्राम देकर फरमान कर देने नारते सुर होए जात निवख मैं। एक क्षण दे विच ओ जीव पुरख तो देवता हो जाता है। सतगुर बुद्ध सिखलाई जिसनू सच्चे गुरु ने आत्म श्रेणी बुद्धि सिखाउणा कीती है। नारते उपज सुरग काओ जीत्यो। उस पुरख ने मनुखा जन्म तो पैदा हो के पाप मनुखा जन्म नूं पा के जिस तरह स्वर्ग के सुखां नूं जितना है पाप स्वर्ग के सुखां दा त्याग कर दिता है। सो अब खाद मैं पाई ओ नाम वैराग रूप दवाई मैं सतगुरां तो प्राप्त कीती है। इसे तरह हे भाई तुसी भी परमेश्वर के नाम की प्राप्ति करके वैराग रूप सुख नूं पाउणा करो।
ਅਤੇ ਬ੍ਰਹਮ ਲੋਕ ਇੰਦਰ ਲੋਕ ਦੇ ਪਦਾਰਥਾਂ ਜਾਂ ਵਿਸ਼ਿਆਂ ਰੂਪ ਸੁੱਖਾਂ ਨੂੰ ਤਿਆਗ ਦੇਣਾ ਕਰੋ। ਜਹਾਂ ਜਹਾਂ ਧੂਅ ਨਾਰਦ ਟੇਕੇ। ਹੇ ਪਰਮੇਸ਼ਰ, ਜਿੱਥੇ ਜਿੱਥੇ ਤੂੰ ਆਪਣੇ ਨਾਮ ਦੀ ਟੇਕ ਦੇ ਕੇ ਧਰੂ ਭਗਤ ਦੇ ਨਾਰਦ ਆਦਿਕ ਟਿਕਾਉਣਾ ਕੀਤੇ ਹਨ। ਐਕ ਟਿਕਾਵਹੁ ਮੋਹੇ। ਮੈਨੂੰ ਵੀ ਥੋੜੇ ਕੁ ਮਾਤਰ ਭਾਵੇਂ ਭੋਰਾ ਕੁ ਮਾਤਰ ਇੱਕ ਭੋਰੀ ਦਰਸ਼ਨ ਦੀਜੈ, ਥੋੜਾ ਜਿਹਾ ਟਿਕਾਉਣਾ ਕਰੋ ਮੇਰੀ ਬਿਰਤੀ, ਭਾਵੇਂ ਸਕਿੰਟ ਮਿੰਟ ਥੋੜੇ ਮਾਤਰ ਨਾਮ ਦੇ ਵਿੱਚ ਟਿਕਾਉਣਾ ਕਰੋ, ਤਾਂ ਕਿ ਜੋ ਮੈਂ ਵੀ ਨਿਹਾਲ ਹੋ ਜਾਵਾਂ। ਕਿਉਂਕਿ ਏਕ ਚਿੱਤ ਜਿਹ ਇੱਕ ਛਿਨ ਧਿਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਭਾਵੇਂ ਇੱਕ ਛਿਨ ਮਾਤਰ ਵੀ ਚਿੱਤ ਦੀ ਕਾਕਰਤਾ ਦੇ ਨਾਲ, ਹੇ ਵਾਹਿਗੁਰੂ, ਤੇਰੇ ਨਾਮ ਨੂੰ ਜਿਨ੍ਹਾਂ ਜਿਨ੍ਹਾਂ ਧਿਆਇਆ ਉਹ ਕਾਲ ਦੀ ਫਾਹੀ ਦੇ ਵਿੱਚ ਨਹੀਂ ਆਏ। ਏਕ ਨਿਮਕ ਸੋ ਏਕ ਨਿਮਕ में मेरा सब दुख काटिया, गजपत पार उतारे। इंज ਸ਼ਰਧਾ ਭਾਵਨਾ ਦੀ ਨਿਮਕ ਹੀ ਬਹੁਤ ਹੈ। ਵੇਖੋ, ਜਿਹੜਾ ਗਜਿੰਦਰ ਹਾਥੀ ਸੀਗਾ ਉਹ ਸਾਰਾ ਹੀ ਡੁੱਬ ਗਿਆ, ਕੇਵਲ ਉਹਦੀ ਸੁੰਡ ਹੀ ਬਾਹਰ ਰਹਿ ਗਈ। ਉਹਨੇ ਵੇਖਿਆ ਵੀ ਹੁਣ ਤਾਂ ਮੈਂ ਗਿਆ। ਇੱਕ ਕਮਲ ਦਾ ਫੁੱਲ ਪਾਣੀ ਉੱਤੇ ਤਰਦਾ ਦੇਖਿਆ, ਤਾਂ ਆਪਦੀ ਸੁੰਡ ਦੇ ਨਾਲ ਉਹ ਫੁੱਲ ਪ੍ਰਭੂ ਚਰਨਾਂ 'ਚ ਅਰਪਣ ਕਰਕੇ ਅਰਦਾਸ ਕੀਤੀ। ਕਿੱਡੀ ਕੁ ਅਰਦਾਸ ਕੀਤੀ ਹੋਊਗੀ। ਅਰਦਾਸ ਨੂੰ 10 ਮਿੰਟ ਸਾਡੇ ਲੱਗ ਜਾਂਦੇ ਨੇ ਕਰੀਬ ਕਰੀਬ। ਇਹਨੇ ਜਿਹਨੂੰ ਤੇ ਪਾਰ ਬੋਲ ਜਾਣਾ। ਜੇ ਏਡੀ ਵੱਡੀ ਅਰਦਾਸ ਕਰਦਾ ਉਹਨੇ ਤਾਂ ਅਗਲੇ ਲੋਕ ਨੂੰ ਲੰਘ ਜਾਣਾ ਸੀਗਾ। ਗੱਲ ਤੇ ਸਕਿੰਟ ਮਿੰਟ ਦੀ ਹੁੰਦੀ ਹੈ, ਜੰਗ ਦਾ ਤਾਂ ਇੱਕ ਇੱਕ ਸਕਿੰਟ ਕੀਮਤੀ ਹੈ। ਤੰਦੂਏ ਨੇ ਉਹਦੇ ਪੈਰਾਂ ਨੂੰ ਤਾਰਾਂ ਪਾ ਕੇ ਗਰਸਿਆ ਹੋਇਆ, ਤੇ ਬਸ ਸਕਿੰਟਾਂ ਦੀ ਗੱਲ ਸੀਗੀ, ਉਹਨੇ ਡੁੱਬ ਜਾਣਾ ਸੀਗਾ। ਕਿੱਡੀ ਕੁ ਅਰਦਾਸ ਕੀਤੀ ਹੋਊਗੀ। ਤੁਸੀਂ ਆਪ ਸੋਚੋ, 2 ਅੱਖਰ ਹੀ ਬੋਲੇ ਹੋਣਗੇ। ਤੇ ਭਗਵਾਨ ਵੇਖੋ ਕਿੰਨਾ ਬੇਅੰਤ ਹੈ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਹੱਥ ਵਿੱਚ ਸੁਦਰਸ਼ਨ ਚੱਕਰ ਲੈ ਕੇ ਬੈਕੁੰਠ ਧਾਮ ਤੋਂ ਭਗਵਾਨ ਭੱਜੇ ਆਏ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਉਹ ਜਿਹੜਾ ਗਜਿੰਦਰ ਹਾਥੀ ਸੀਗਾ ਹਰੀ ਹਰ ਖੇਤਰ ਦੇ ਵਿੱਚ ਡੁੱਬ ਰਿਹਾ ਸੀ, ਉਹਦੇ ਕੋਲ ਪਹੁੰਚ ਕੇ ਤੰਦੂਏ ਦੀਆਂ ਤਾਰਾਂ ਸੁਦਰਸ਼ਨ ਚੱਕਰ ਚਲਾ ਕੇ ਕੱਟ ਦਿੱਤੀਆਂ, ਉਹਨੂੰ ਆਜ਼ਾਦ ਕਰ ਦਿੱਤਾ। ਸੋ ਭਗਤ ਦੋਹ ਸਾਸਨ ਕੀ ਸਭਾ ਦ੍ਰੋਪਦੀ ਅੰਬਰ ਲੇਤ ਉਬਾਰੀ ਅਲੇ। ਦੁਰਯੋਧਨ ਦੀ ਸਭਾ ਦੇ ਵਿੱਚ ਗੱਲ ਤਾਂ ਸਕਿੰਟਾਂ ਦੀ ਸੀਗੀ। ਥੋੜਾ ਜਿਹਾ ਵੀ ਭਗਵਾਨ ਲੇਟ ਹੋ ਜਾਂਦਾ ਤਾਂ ਵੇਖੋ ਦ੍ਰੋਪਦੀ ਨਾਲ ਕੀ ਬੀਤਦੀ ਹੈ। ਪਰ ਭਗਵਾਨ ਨੇ ਉਸੇ ਵਕਤ ਕੱਪੜ ਕੋਟ ਉਸਾਰੀਆਂ ਥੱਕੇ ਦੂਤ ਨਾ ਪਾਰ ਵਸੰਦੀ। ਆਪਣਾ ਸੱਜਾ ਹੱਥ ਉਹਦੇ ਵੱਲ ਕੀਤਾ, ਹੱਥ ਦੇ ਵਿੱਚੋਂ ਇੰਨੀਆਂ ਸਾੜੀਆਂ ਕੱਢ ਦਿੱਤੀਆਂ ਕਿ ਥਾਣ ਵੀ ਮੁੱਕ ਜਾਂਦਾ। ਉਹ ਖਿੱਚੀ ਗਏ ਤੇ ਸਾੜੀ ਮੁੱਕੀ ਹੋਈ ਨਹੀਂ। ਕੱਪੜੇ ਦਾ ਕਿਲਾ ਹੀ ਵੱਡਾ ਸਾਰਾ ਕਿਲਾ ਬਣ ਗਿਆ। ਉਹਨਾਂ ਦੀ ਮੰਦ ਭਾਵਨਾ ਪੂਰੀ ਨਾ ਹੋ ਸਕੀ, ਮੁੜਕੋ ਮੁੜਕੀ ਹੋ ਗਏ, ਲੱਤਾਂ ਕੰਬਣ ਲੱਗ ਪਈਆਂ, ਘਬਰਾ ਗਏ। ਉਹਦੀ ਤਾਂ ਬਿਰਤੀ ਜੁੜ ਗਈ ਭਗਵਾਨ ਦੇ ਚਰਨਾਂ 'ਚ। ਉਹਨਾਂ ਦੀਨ ਦੁਨੀਆ ਦਾ ਪਤਾ ਹੀ ਨਹੀਂ। ਜਦ ਡੋਰੀ ਰੱਬ ਤੇ ਸੁੱਟ ਦਿਓ ਤੇ ਫਿਰ ਮਹਾਰਾਜ ਰਾਖਾ ਹੁੰਦਾ ਹੈ। ਆਪ ਦੇ ਵੱਸੋਂ ਬਾਹਰ ਹੋ ਗਿਆ,
ਹੱਥ ਜੋੜ ਕੇ ਅੱਖਾਂ ਬੰਦ ਕਰਕੇ ਤੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਦੀ ਘੁੰਮੀ ਗਈ। ਦੀਨ ਦੁਨੀਆ ਦਾ ਚੇਤਾ ਭੁੱਲ ਗਿਆ, ਭਗਵਾਨ ਦੇ ਚਰਨਾਂ ਸਮਾਧੀ ਜੁੜ ਗਈ। ਫਿਰ ਆਪ ਉਹਦੀ ਭਗਵਾਨ ਨੇ ਰੱਖਿਆ ਕੀਤੀ। ਇਹੋ ਜਿਹੀ ਖਿਣ ਮੈਨੂੰ ਵੀ ਮਹਾਰਾਜ ਦੇ ਦਿਓ, ਬਹੁਤਾ ਸਮਾਂ ਨਹੀਂ ਤਾਂ ਇੰਨਾ ਕੁ ਟਾਈਮ ਹੀ ਦੇ ਦਿਓ ਜੀ। ਸੰਸਾਰ ਸਮੁੰਦੇ ਤਾਰ ਗੋਬਿੰਦ, ਤਾਰ ਲੈ ਬਾਪ ਬੀਠਲਾ ਰਹਾਉ। ਅਨਨ ਬੇੜਾ ਹੋ ਕੇ ਨਾ ਸਾਕੋ, ਤੇਰਾ ਪਾਰ ਨ ਪਾਇਆ ਬੀਠਲਾ। ਹੋ ਦਇਆਲ ਸਤਿਗੁਰ ਮੇਲ ਤੂੰ ਮੋਕੋ, ਪਾਰ ਉਤਾਰੇ ਕੇਸਵਾ। ਕਹਿ ਨਾਮਾ ਹਉ ਤਰ ਪੇ ਨ ਜਾਨੋ, ਨਾਮਾ ਕਹਿ ਹਉ ਤਰ ਪੇ ਨ ਜਾਨੋ। ਮੋਕੋ ਬਾਹਾਂ ਦੇ ਬਾਹਾਂ ਦੇ ਬੀਠਲਾ। ਸਾਨੂੰ ਤਾਂ ਤਰਨਾ ਵੀ ਨਹੀਂ ਆਉਂਦਾ ਜੀ। ਵੈਸੇ ਇੱਕ ਬਹੁਤ ਵੱਡੀ ਕਲਾ ਹੈ। ਕੁੱਤੇ ਬਿੱਲੇ ਵੇਖੋ ਜੰਮਦੇ ਹੀ ਤਰਨ ਲੱਗ ਪੈਂਦੇ ਨੇ, ਤੇ ਇੱਕ ਮਨੁੱਖ ਹੀ ਹੈ ਜਿਹੜਾ ਡੁੱਬਦਾ ਹੈ। ਕਾਰਨ ਕੀ ਹੈ ਵੀ ਇਹਦੇ ਵਿੱਚ ਮੈਂ ਹੈ। ਉਹੀ ਮਨੁੱਖ ਹੈ ਜਦ ਵਿੱਚੋਂ ਮੈਂ ਨਿਕਲ ਜਾਂਦੀ ਹੈ, ਸਰੀਰ ਮੁਰਦਾ ਹੋ ਜਾਂਦਾ, ਫਿਰ ਤਰਨ ਲੱਗ ਪੈਂਦਾ। ਬੰਦਾ ਉਹੀ ਹੈ। ਜਦ ਵਿੱਚੋਂ ਮੈਂ ਨਿਕਲ ਗਈ ਉਦੋਂ ਵੀ ਤਰਨ ਲੱਗ ਪੈਂਦਾ। ਇਹ ਮਹਾਰਾਜ ਮੈਨੂੰ ਤਰਨਾ ਵੀ ਨਹੀਂ ਆਉਂਦਾ, ਆਪ ਦੀ ਕਿਰਪਾ ਰੂਪੀ ਬਾਂਹ ਦੇ ਕੇ ਸੰਸਾਰ ਸਮੁੰਦਰ ਤੋਂ ਮਹਾਰਾਜ ਸਾਨੂੰ ਤਾਰਨਾ ਕਰੋ ਜੀ। ਇਹ ਸ਼ਬਦ ਦੀ ਜਿਹੜੀ ਆਰੰਭਤਾ ਹੈ ਇਸੇ ਤੋਂ ਹੋਈ। ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹਾਂ ਦੇ। ਆਪਦੀ ਕਿਰਪਾ ਰੂਪੀ ਬਾਂਹ ਦੇ ਕੇ ਸਾਨੂੰ ਤਾਰੋ ਜੀ, ਸਾਨੂੰ ਤਰਨਾ ਨਹੀਂ ਆਉਂਦਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਵੀ ਫਰਮਾਉਂਦੇ ਨੇ, ਰਾਮ ਕਲੀ ਮਹੱਲਾ ਪਹਿਲਾ। ਹਮ ਢੋਲਤ ਬੇੜੀ ਪਾਪ ਭਰੀ ਹੈ, ਪਵਨ ਲਗੇ ਮਤ ਜਾਈ। ਸਨਮੁਖ ਸਿਧ ਭੇਟਣ ਕੋ ਆਏ, ਨਿਚੋ ਦੇ ਵਡਿਆਈ। ਗੁਰ ਤਾਰ ਤਾਰ ਨ ਹਾਰਿਆ, ਦੇਹ ਭਗਤ ਪੂਰਨ ਅਵਨਾਸੀ। ਹੋ ਤੁਝ ਕੋ ਬਲਿਹਾਰਿਆ ਰਹਾ। ਇਹ ਸੱਚੇ ਪਾਤਸ਼ਾਹ ਤੂੰ ਤਾਰਨਹਾਰ ਹੈ, ਕਿਰਪਾ ਕਰਕੇ ਸਾਨੂੰ ਕਿਰਪਾ ਰੂਪੀ ਬਾਂਹ ਦੇ ਕੇ ਨਾਮ ਦੇ ਜਹਾਜ਼ ਤੇ ਚੜ੍ਹ ਕੇ ਸਾਨੂੰ ਤਾਰ ਦੇ। ਹੇ ਵਾਹਿਗੁਰੂ ਜੀ, ਨਰ ਤੇ ਸੁਰ ਹੋਏ ਜਾਤ, ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ। ਜਿਹਨੂੰ ਸਤਿਗੁਰੂ ਦੁਆਰਾ ਤੋਂ ਮੱਤ ਦਿੱਤੀ ਹੈ ਉਹ ਬੰਦੇ ਤੋਂ ਦੇਵਤਾ ਬਣ ਗਿਆ। ਨਰ ਤੇ ਉਪਜ ਸੁਰਗ ਕੋ ਜੀਤੀ, ਉਸੋ ਅਵਖਦ ਮੈਂ ਪਾਈ। ਜਹਾਂ ਜਹਾਂ ਤੂੰ ਨਾਰਦ ਟੇਕੇ, ਨੈਕ ਟਿਕਾਵੋ ਮੋਹੇ। ਜਿੱਥੇ ਜਿੱਥੇ ਭਗਤ ਉਹ ਨਾਰਦ ਜੀ ਤੋਂ ਟਿਕਾਏ ਨੇ, ਥੋੜਾ ਜਿਹਾ ਮਾਤਰ ਮੇਰੀ ਬਿਰਤੀ ਵੀ ਉੱਥੇ ਟਿਕਾ। ਇਹ ਵਾਹਿਗੁਰੂ, ਤਾਂ ਜੋ ਮੈਂ ਵੀ ਨਿਹਾਲ ਹੋ ਜਾਵਾਂ। ਤੇਰੇ ਨਾਮ ਆਵੇ ਲੰਬ, ਬਹੁਤ ਜਾਨ ਉਦਰੇ। ਇਹ ਪਰਮੇਸ਼ਰ ਤੇਰੇ ਆਪ ਜੀ ਦੇ ਨਾਮ ਦੇ ਆਸਰੇ ਬੇਅੰਤ ਭਗਤ ਜਨ ਸੰਸਾਰ ਸਮੁੰਦਰ ਤੋਂ ਤਰ ਗਏ ਨੇ, ਪਾਪ ਮੁਕਤ ਹੋ ਗਏ ਹਨ। ਨਾਮੇ ਕੀ ਨਿਜ ਮਤ ਏਹ, ਮੇਰੀ ਨਾਮਦੇਵ ਦੀ ਇਹ ਆਪਣੀ ਬੁੱਧੀ ਹੈ ਕਿ ਮੈਨੂੰ ਤਾਰ ਲੈਣਾ ਕਰੋ। ਇਹ ਸਾਡੀ ਸਭਨਾਂ ਦੀ ਸਿੱਖਿਆ ਹੈ ਕਿ ਨਾਮ ਜਪਣਾ ਕਰੀਏ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਗੋਂਡ ਮੁਹੇ ਲਾਗਤੀ ਤਾਲਾ ਬੇਲੀ। ਭਗਤ ਜੀ ਪਰਮੇਸ਼ਰ ਦੀ ਪ੍ਰੀਤੀ ਬਾਬਤ ਹੋਰ ਕਥਨ ਕਰਦੇ ਨੇ ਗੌਂਡ ਰਾਗ ਦੇ ਵਿੱਚ। ਹੇ ਭਾਈ, ਮੈਨੂੰ ਪਿਆਰੇ ਮਿੱਤਰ ਪਰਮੇਸ਼ਰ ਨਾਲ ਮਿਲਣ ਦੀ ਤਲਬ ਭਾਵ ਇੱਛਾ ਲੱਗੀ ਹੋਈ ਹੈ, ਜਾਂ ਮੈਂ ਤਰਲੋ ਮੱਛੀ ਮੈਨੂੰ ਤੜਫ ਲੱਗੀ ਹੋਈ। ਭਾਵ ਮੈਨੂੰ ਪਰਮੇਸ਼ਰ ਦੇ ਮਿਲਣ ਤੋਂ ਬਗੈਰ
ਸ਼ਾਂਤੀ ਨਹੀਂ ਆਉਂਦੀ ਹੈ। ਅਮਲੀ ਜੀਵੈ ਅਮਲ ਖਾਏ, ਤਿਉ ਹਰ ਜਨ ਜੀਵੈ ਹਰ ਧਿਆਏ। ਮਹਾਰਾਜ ਦੇ ਦਰਸ਼ਨ ਦੇ ਨਾਮ ਦੇ ਨਾਲ ਹੀ ਸਾਡੀ ਜ਼ਿੰਦਗੀ ਹੈ ਜੀ। ਬਛੜੇ ਬਿਨ ਗਾਏ ਅਕੇਲੀ, ਜਿਵੇਂ ਬੱਚੇ ਤੋਂ ਬਿਨਾਂ ਸੱਜਰ ਸੂਈ ਗਾਂ ਇਕੱਲੀ ਰੰਭਦੀ ਰਹਿੰਦੀ ਹੈ, ਇਸੇ ਪ੍ਰਕਾਰ ਤੇਰੇ ਨਾਮ ਰੂ ਬੱਚੇ ਤੋਂ ਬਿਨਾਂ ਮੇਰੀ ਬਿਰਤੀ ਰੂ ਮਾਂ ਇਕੱਲੀ ਦੁਖੀ ਰਹਿੰਦੀ ਹੈ। ਜਿਵੇਂ ਸਿੱਖ ਹੈ ਅੰਮ੍ਰਿਤਧਾਰੀ ਹੈ, ਗੁਟਕਾ ਹੈ ਹੀ ਨਹੀਂ ਨਿਤਨੇਮ ਦਾ। ਸੁਖਮਨੀ ਸਾਹਿਬ ਜੀ ਦਾ ਅੰਮ੍ਰਿਤ ਵੇਲਾ ਸੱਚ ਨੋ ਵਡਿਆਈ ਵਿਚਾਰ, ਦੱਸੋ ਆਸਰਾ ਕਾਹਦਾ ਲਏਗਾ। ਤੋ ਇਸ ਲਈ ਜਪਜੀ ਸਾਹਿਬ ਦਾ ਪਾਠ ਜ਼ਬਾਨੀ ਯਾਦ ਹੀ ਨਹੀਂ ਹੈ, ਰਹਿ ਰਸ ਦਾ ਪਾਠ ਨਹੀਂ ਯਾਦ। ਕਈ ਵਾਰ ਬੱਸ ਗੱਡੀ ਸਫ਼ਰ 'ਚ ਇੱਧਰ ਉੱਧਰ ਹੋਈਦਾ, ਗੁਟਕਾ ਸਾਹਿਬ ਪ੍ਰਾਪਤ ਹੁੰਦਾ ਹੀ ਨਹੀਂ। ਤੋ ਇਸ ਲਈ ਸੋ ਫਿਰ ਨਿਤਨੇਮ ਰਹਿ ਜਾਊਗਾ। ਇਉਂ ਜੇ ਸਿੱਖ ਹੈ ਤੇ ਉਹਨੂੰ ਬਾਣੀ ਕੰਠ ਹੀ ਨਹੀਂ ਤੇ ਬੋਝੀ 'ਚ ਪੈਸਾ ਹੀ ਨਹੀਂ, ਤਾਂ ਫਿਰ ਦੱਸੋ ਗੁਜ਼ਾਰਾ ਕਿਵੇਂ ਚੱਲੂਗਾ। ਕਹਿੰਦੇ ਪੈਸਾ ਗੰਠ ਤੇ ਬਾਣੀ ਕੰਠ। ਘਰ ਤੋਂ ਨਿਕਲਣ ਤੋਂ ਪਹਿਲਾਂ ਆਪਾਂ ਪਾਕਟ ਚੈੱਕ ਕਰਦੇ ਹਾਂ ਵੀ ਪਰਸ ਲੈ ਲਿਆ, ਜੇਬ ਸਾਡੀ ਭਰੀ ਹੋਈ ਹੈ, ਖਾਲੀ ਤਾਂ ਨਹੀਂ। ਤੋ ਇੰਝ ਹੀ ਜਿਹੜੀ ਗੁਰਬਾਣੀ ਹੈ ਉਹ ਸਿੱਖ ਦੇ ਪਾਸ ਹੋਣੀ ਚਾਹੀਦੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਨਿਤਨੇਮ ਤੋਂ ਬਗੈਰ ਹੇ ਮਹਾਰਾਜ ਸਾਡੀ ਜਿਹੜੀ ਬਿਰਤੀ ਹੈ ਇੰਝ ਤੜਫਦੀ ਹੈ ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ। ਪਾਨੀਆ ਬਿਨ ਮੀਨ ਤਲਫੈ, ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਣ ਲੱਗ ਜਾਂਦੀ ਹੈ, ਇਉਂ ਤੇਰੇ ਪ੍ਰੇਮ ਰੂ ਪਾਣੀ ਤੋਂ ਬਿਨਾਂ ਮੇਰੀ ਬੁੱਧ ਰੂ ਮੱਛੀ ਤੜਫਦੀ ਰਹਿੰਦੀ ਹੈ। ਤੇ ਜਿਵੇਂ ਬੱਚੇ ਤੋਂ ਬਗੈਰ ਗਾਂ ਇਕੱਲੀ ਹੈ, ਇਉਂ ਬਾਣੀ ਤੋਂ ਬਗੈਰ ਸਾਡੀ ਬਿਰਤੀ ਸਾਚੀ ਲਵੈ ਬਿਨ ਦੇਹ ਨਮਾਣੀ। ਦੇਹ ਨਮਾਣੀ ਹੈ ਲਿਵ ਤੋਂ ਬਗੈਰ, ਦੇਹ ਨਮਾਣੀ ਲਵੈ ਬਾਝੋ ਕਿਆ ਕਰੇ ਵਿਚਾਰੀਆ। ਇਹ ਵਿਚਾਰੀ ਕੀ ਕਰੂਗੀ ਦੱਸੋ। ਜਦ ਇਹਦੀ ਧੌਣ ਤੇ ਪੰਜਾ ਪਾਇਆ ਜਮਾਂ ਨੇ, ਇਹਦੀ ਸੰਗੀ ਘੁੱਟ ਲਈ, ਦੱਬਾ ਪੈਂਦਾ ਨਾ ਸੁੱਤੇ ਪਿਆ ਰਾਤ, ਕੁਛ ਹੋ ਸਕਦਾ? ਬਿਲਕੁਲ ਨਹੀਂ। ਉਦੋਂ ਫਿਰ ਰੱਬ ਚੇਤੇ ਆਉਂਦਾ ਹੈ। ਇਉਂ ਜਦ ਜਮਾਂ ਨੇ ਆ ਕੇ ਦੱਬਾ ਪਾਇਆ, ਫਿਰ ਇਹ ਕੀ ਕਰੂਗਾ ਦੱਸੋ। ਇਸ ਲਈ ਇਹ ਜਿਹੜੀ ਦੇਹ ਹੈ ਬਿਨਾਂ ਲਿਵ ਤੋਂ ਨਿਮਾਣੀ ਹੈ। ਸਤਿਗੁਰੂ ਤੋਂ ਬਗੈਰ ਬਾਣੀ ਤੋਂ ਬਗੈਰ ਕੋਈ ਮਾਨ ਨਹੀਂ ਹੈ। ਬੱਚੇ ਤੋਂ ਬਗੈਰ ਗਾਂ ਇਕੱਲੀ ਰੰਭਦੀ ਹੈ, ਇਉਂ ਬਿਰਤੀ ਬਾਣੀ ਤੋਂ ਬਗੈਰ ਰੜਾਉਂਦੀ ਰਹਿੰਦੀ ਹੈ। ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ, ਇਉਂ ਪ੍ਰੇਮ ਪਾਣੀ ਤੋਂ ਬਿਨਾਂ ਮੇਰੀ ਬੁੱਧ ਮਰੂ ਮੱਛੀ ਤੜਫਦੀ ਹੈ। ਐਸੀ ਰਾਮ ਨਾਮਾ ਬਿਨ ਬਾਪਰੋ ਨਾਮਾ। ਇਸ ਤਰ੍ਹਾਂ ਵਿਚਾਰਾ ਨਾਮਦੇਵ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਤੜਫਦਾ ਰਹਿੰਦਾ ਹੈ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜੈਸੇ ਗਾਏ ਕਾ ਬਾਛਾ ਛੂਟਲਾ, ਜਿਵੇਂ ਗਾਂ ਦਾ ਬੱਚਾ ਕਿੱਲੇ ਨਾ ਬੰਨਿਆ ਛੁੱਟਦਾ ਹੈ। ਅਨ ਚੋਖਤਾ ਮਾਖਨ ਕੂਟਲਾ, ਤਾਂ ਆਪਣੀ ਮਾਂ ਦੇ ਥਣਾਂ ਨੂੰ ਚੁੰਘਦਾ ਚੂਸਦਾ ਦੁੱਧ ਦੀਆਂ ਕੁੱਟਾਂ ਭਰਦਾ ਹੈ। ਥਣਾਂ ਨੂੰ ਚੂਸਦਾ ਤੇ ਆਪਣੀ ਮਾਂ ਦੇ ਥਣਾਂ ਨੂੰ ਖਣਦਾ, ਭਾਵ ਥਣ ਦੇ ਟੁੱਡਾ ਮਾਰਦਾ। ਜਿਹੜਾ ਦੁੱਧ ਆਉਂਦਾ ਉਹ ਕੁੱਟਾਂ ਭਰ ਭਰ ਕੇ ਲੈਣਾ ਕਰਦਾ ਹੈ। ਨਾਮ ਦਿਓ ਨਾਰਾਇਣ ਪਾਇਆ। ਇੰਝ ਆਪਾਂ ਕਥਾ ਦੇ ਵਿੱਚੋਂ ਦੁੱਧ ਪੀਂਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੀਰਤਨ ਦੇ ਵਿੱਚੋਂ ਬਾਣੀ ਵਿੱਚੋਂ ਆਨੰਦ ਮਾਣਦੇ ਆ। ਨਾਮਦੇਵ ਜੀ ਕਹਿੰਦੇ ਨੇ ਮੈਂ ਗੁਰਾਂ ਦੁਆਰਾ ਨਾਰਾਇਣ ਪਰਮੇਸ਼ਰ ਨੂੰ ਪਾਇਆ ਹੈ। ਗੁਰ ਭੇਟਤ ਅਲਖ ਲਖਾਇਆ। ਜਦ ਮੈਂ ਪੂਰੇ ਸਤਿਗੁਰਾਂ ਨਾਲ ਮਿਲਣਾ ਕੀਤਾ ਤਦ ਗੁਰਾਂ ਨੇ ਮੈਨੂੰ ਲਖਣ ਤੋਂ ਰਹਿਤ ਸੱਚ ਸਰੂਪ
ਚਣਾ ਦਿੱਤਾ ਹੈ। ਜੈਸੇ ਬਿਖਾਹੇਤ ਪਰ ਜਿਵੇਂ ਨਾਰੀ ਵਿਸ਼ਿਆਂ ਦੀ ਪੂਰਤੀ ਵਾਸਤੇ ਪਰਾਈ ਇਸਤਰੀ ਹੋਰ ਨਾ ਪਰਾਏ ਪੁਰਖਾਂ ਵੱਲ ਤੱਕਦੀ ਰਹਿੰਦੀ ਹੈ। ਐਸੇ ਨਾਮੇ ਪ੍ਰੀਤ ਮੁਰਾਰੀ ਇੰਜ ਨਾਮਦੇਵ ਜੀ ਕਹਿੰਦੇ ਕਿ ਮੈਨੂੰ ਪਰਮੇਸ਼ਰ ਦੇ ਨਾਲ ਪ੍ਰੀਤੀ ਹੈ। ਸਾਡੀ ਸਮਝ ਆ ਜਾਏ ਸੋ ਜਿਵੇਂ ਕਿਸੇ ਦੀ ਭੁੱਖ ਹੈ ਉਸੇ ਤਰ੍ਹਾਂ ਦੀ ਇੱਛਾ ਉਹਦੇ ਮਨ ਵਿੱਚ ਲੱਗੀ ਰਹਿੰਦੀ ਹੈ, ਇਉਂ ਸਾਡੇ ਨਾਮ ਦੇ ਮਨ ਦੇ ਵਿੱਚ ਨਾਮ ਦੀ ਭੁੱਖ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖਿਆ ਖਾਈ ਚਲੀਏ ਦੁੱਖ ਤੇ ਮਹਾਰਾਜ ਪੂਰੀ ਕਰ ਦਿੰਦਾ। ਜੈਸੇ ਤਾਪ ਦੇ ਨਿਰਮਲ ਕਾਮਾ ਜਿਵੇਂ ਜੇ ਕਿਸੇ ਨੂੰ ਤਾਪ ਚੜਿਆ ਹੋਏ ਤਾਂ ਉਜਲ ਆਕਾਸ਼ ਦੀ ਕਰੜੀ ਧੁੱਪ ਕਰਕੇ ਬਹੁਤ ਔਖਾ ਹੁੰਦਾ, ਜਾਂ ਜਿਸ ਪ੍ਰਕਾਰ ਉਜਲ ਆਕਾਸ਼ ਦੀ ਧੁੱਪ ਬਹੁਤ ਪਾਉਣ ਲੱਗ ਜਾਂਦੀ ਹੈ, ਇਸੇ ਪ੍ਰਕਾਰ ਉਜਲਤਾਈ ਤੋਂ ਰਹਿਤ ਅੰਤੈ ਕਰਨ ਤ੍ਰਿਸ਼ਨਾ ਰੂਪ ਧੁੱਪ ਕਰਕੇ ਬਹੁਤ ਤਪਦਾ ਹੈ। ਐਸੀ ਰਾਮ ਨਾਮਾ ਬਿਨ ਬਾਪਰੂ ਨਾਮਾ ਇਸੇ ਤਰ੍ਹਾਂ ਪਰਮੇਸ਼ਰ ਦੇ ਨਾਮ ਤੋਂ ਬਿਨਾ ਵਿਚਾਰਾ ਨਾਮਦੇਵ ਦੁਖੀ ਹੁੰਦਾ ਹਾਂ। ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ ਜੀਓ ਕੀ ਭਗਤ ਨਾਮਦੇਵ ਜੀਓ ਦੀ ਗੌਣ ਰਾਗ ਦੇ ਵਿੱਚ ਇਹ ਗੁਰਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਿਖਵਾ ਰਹੇ ਹਨ। ਘਰ ਦੂਜਾ ਦੂਜੇ ਸੁਰਤਾਲ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਵਸਤੂ ਨਿਰਦੇਸ਼ਕ ਮੰਗਲ ਕਰਦਿਆਂ ਫਰਮਾਉਂਦੇ ਨੇ ਇੱਕ ਅਦਵੈਤ ਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹਰ ਹਰ ਕਰਤ ਮਿਟੇ ਸਭ ਭਰਮਾ ਨਾਮ ਜਪਣ ਦਾ ਕੀ ਮਹਾਤਮ ਹੈ ਜੀ। ਸੁਣੋ ਹੇ ਭਾਈ, ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਦਾ ਅਭਿਆਸ ਕਰਨ ਕਰਕੇ ਸਾਰੇ ਭੁਲੇਖੇ ਭਰਮ ਦੂਰ ਹੋ ਜਾਂਦੇ ਨੇ। ਕੀ ਸਮਝਿਆ? ਜੋ ਸਾਡੇ ਮਨ ਦੇ ਵਿੱਚ ਕੁਐਸਚਨ ਚੱਲਦੇ ਹਨ, ਇੰਜ ਕਿਵੇਂ ਹੈ, ਇਹ ਕਿਵੇਂ ਹੋ ਸਕਦਾ ਹੈ, ਇਹ ਸਾਰੇ ਜਿੰਨੇ ਵੀ ਸਵਾਲ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਘਰ ਆਉਣ ਤੋਂ ਖਤਮ ਹੋ ਜਾਂਦੇ ਨੇ, ਆਉਂਦਿਆਂ ਸਾਰੀ ਸਮਾਪਤ ਹੋ ਜਾਂਦੇ ਨੇ। ਤੇ ਜੇ ਥੋੜ੍ਹਾ ਬਹੁਤਾ ਮਨ ਵਿੱਚ ਹੋਵੇ ਤਾਂ ਸ੍ਰੀ ਮੁਖ ਵਾਕ ਜੋ ਬੋਰਡ 'ਤੇ ਲਿਖਿਆ ਉਹਦੇ ਰਾਹੀਂ ਮਹਾਰਾਜ ਹੱਲ ਕਰ ਦਿੰਦੇ। ਜੇ ਫਿਰ ਵੀ ਕੋਈ ਗੱਲ ਨਾ ਬਣੇ ਤਾਂ ਜੋ ਕੀਰਤਨ ਦਾ ਸ਼ਬਦ ਚੱਲਦਾ ਹੁੰਦਾ ਜਾਂ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਗੁਰੂ ਘਰ ਦੇ ਵਿੱਚ, ਉਹਦੇ ਰਾਹੀਂ ਮਸਲਾ ਹੱਲ ਹੋ ਜਾਂਦਾ। ਜੇ ਫਿਰ ਵੀ ਮਨ ਸਵਾਲ 'ਤੇ ਖੜਾ ਰਹੇ ਤੇ ਮਹਾਰਾਜ ਕੋਈ ਨਾ ਕੋਈ ਆਪ ਦਾ ਬੰਦਾ ਮਿਲਾ ਦਿੰਦਾ ਜੋ ਪ੍ਰਤੱਖ ਬੋਲ ਕੇ ਸਾਡੇ ਸਵਾਲ ਨੂੰ ਹੱਲ ਕਰ ਦਿੰਦਾ। ਜੇ ਫਿਰ ਵੀ ਨਹੀਂ ਹੋਇਆ ਹੱਲ ਤੇ ਸਮਝ ਲਓ ਵੀ ਆਪਾਂ ਗੁਰਦੁਆਰੇ ਨਹੀਂ ਆਏ, ਅਜੇ ਘਰ ਹੀ ਬੈਠੇ ਹੋਏ ਹਾਂ। ਗੁਰੂ ਘਰ ਆਉਣ ਦਾ ਇਹ ਲਾਭ ਹੈ, ਜਿਹਦੀ ਹਾਜ਼ਰੀ ਲੱਗ ਗਈ ਉਹਦਾ ਮਨ ਸਵਾਲਾਂ ਤੋਂ ਰਹਿਤ ਹੋ ਜਾਂਦਾ, ਭਰਮ ਤੋਂ ਰਹਿਤ ਹੋ ਜਾਂਦਾ, ਉਹਦੇ ਮਨ 'ਚ ਕੋਈ ਭੁਲੇਖਾ ਨਹੀਂ ਰਹਿੰਦਾ। ਇੱਕ ਹੁੰਦੀ ਦੁਬਿਧਾ ਵੀ ਆ ਕੰਮ ਕਰੀਏ ਨਾ ਕਰੀਏ, ਕਿੰਜ ਸੀਗਾ, ਇਹ ਕਰਨ ਦੇ ਨਾਲ ਕਿਤੇ ਐ ਨਾ ਹੋ ਜਾਏ। ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ, ਦੋ ਵਿਧਾਂ ਜਿਹੜੀਆਂ ਮਨ 'ਚ ਚੱਲਦੀਆਂ ਹਨ। ਸੋ ਜਿਹੜਾ ਬੰਦਾ ਡਿਸੀਜਨ ਨਹੀਂ ਲੈ ਸਕਦਾ, ਮਨ ਭਟਕਦਾ ਹੈ, ਉਹ ਭਟਕਣਾ ਮੁੱਕ ਜਾਂਦੀ ਹੈ। ਦੁਬਿਧਾ ਬੋਰੀ ਮਨ ਬੋਰਾਇਆ, ਝੂਠਾ ਲਾਲਚ ਜਨਮ ਗਵਾਇਆ, ਲਪਟ ਰਹੀ ਫੁਨ ਬੰਧ ਨਾ ਪਾਇਆ। ਤੋ ਇਸ ਤਰੀਕੇ ਦੇ ਨਾਲ ਜਿਹੜੀਆਂ ਇਹ ਦੁਬਿਧਾ ਦਵੈਤ ਦੀਆਂ ਗੱਲਾਂ ਨੇ ਇਹ ਖਤਮ ਹੋ ਕੇ ਏਕੋ ਜਪ ਏਕੋ ਸਾਲਾਹੇ, ਏਕ ਸਿਮਰ ਏਕੋ ਮਨਾਹੇ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਚਿੱਤ ਦੀ ਬਿਰਤੀ ਜੁੜ ਜਾਂਦੀ ਹੈ, ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ। ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਸਹਿਸਾ ਕਹਿ ਲਓ, ਭਰਮ ਕਹਿ ਲਓ, ਭੁਲੇਖਾ ਕਹਿ ਲਓ, ਕੁਐਸਚਨ ਕਹਿ ਲਓ, ਕੋਈ ਕਿਸੇ ਪ੍ਰਕਾਰ ਦਾ ਤਰਕ ਕਹਿ ਲਓ,
ਇੱਕੋ ਹੀ ਚੀਜ਼ ਦੇ ਸਾਰੇ ਨਾਮ ਨੇ। ਤੋ ਮਹਾਰਾਜ ਦਾ ਨਾਮ ਜਪਦਿਆਂ ਸਾਰੇ ਭਰਮ ਭੁਲੇਖੇ ਖਤਮ ਹੋ ਜਾਂਦੇ ਹਨ। ਗੁਰੂ ਘਰ ਦੇ ਵਿੱਚ ਸ਼ਰਧਾ ਉਤਪੰਨ ਹੋ ਜਾਂਦੀ ਹੈ। ਮੋਟੀ ਜੀ ਮਿਸਾਲ ਹੈ, ਪਾਵਨ ਸ੍ਰੀ ਲਹਿਣਾ ਜੀ ਨੂੰ ਕੀ ਪਤਾ ਸੀ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਕੌਣ ਨੇ ਜਾਂ ਉਹਨਾਂ ਦੇ ਘਰ ਦੀ ਕੀ ਵਡਿਆਈ ਹੈ। ਆਪਾਂ ਤਾਂ ਚਲੋ ਮਾੜਾ ਮੋਟਾ ਕਿਸੇ ਤੋਂ ਸੁਣਿਆ, ਸਾਡੀ ਮਾਂ ਨੇ ਸਾਨੂੰ ਦੱਸਿਆ, ਕੋਈ ਗ੍ਰੰਥ ਪੜ੍ਹ ਲਿਆ ਤਾਂ ਸਾਨੂੰ ਸਮਝ ਆ ਗਈ, ਸਮਝ ਲਓ ਘਰ ਹੀ ਗੁਟਕਾ ਮਿਲ ਗਿਆ, ਜਾਂ ਕਿਸੇ ਬਾਬੇ ਨੇ ਸਾਨੂੰ ਸਮਝਾਤਾ ਤੇ ਤਾਂ ਸਾਨੂੰ ਸਮਝ ਆ ਗਈ। ਹੁਣ ਪਾਵਨ ਸ੍ਰੀ ਲਹਿਣਾ ਜੀ ਨੂੰ ਕਿਹਨੇ ਦੱਸਿਆ ਵੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਏਡੀ ਵੱਡੀ ਵਡਿਆਈ ਹੈ। ਵੈਸੇ ਉਹਨਾਂ ਨੇ ਭਾਈ ਜੋਧ ਜੀ ਤੋਂ, ਜਿਹੜੇ ਖਡੂਰ ਦੇ ਰਹਿਣ ਵਾਲੇ ਸੀ, ਆਸਾ ਦੀ ਵਾਰ ਸੁਣੀ ਸੀ। ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੀ ਉੱਪਰ ਖਾਲੀਐ। ਇਹ ਸੁਣ ਕੇ ਮਨ 'ਚ ਖਿੱਚ ਪਈ ਸੀ, ਗੁਰੂ ਸਾਹਿਬ ਬਾਰੇ ਪਤਾ ਲੱਗਾ। ਤੇ ਜਿਸ ਵਕਤ ਵੇਖੋ ਸੰਗ ਲੈ ਕੇ ਜਵਾਲਾਮੁਖੀ ਨੂੰ ਜਾ ਰਹੇ ਸੀ, ਰਸਤੇ ਵਿੱਚ ਕਰਤਾਰਪੁਰ ਠਹਿਰੇ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚੇ। ਉੱਥੇ ਇੱਕ ਸੂਹੇ ਬਸਤਰਾਂ ਵਾਲੀ ਬੀਬੀ ਉਹ ਝਾੜੂ ਦਿੰਦੀ ਦੇਖੀ। ਇਹ ਪ੍ਰਮਾਤਮਾ ਨੇ ਆਪ ਹੀ ਭੇਜੀ ਹੋਊਗੀ ਵੀ ਤੂੰ ਜਾ ਕੇ ਸਮਝਾ। ਉਹ ਬੀਬੀ ਨੇ ਦੱਸਿਆ, ਕਹਿਣ ਲੱਗੇ ਹੇ ਬੀਬੀ ਤੂੰ ਕੌਣ ਹੈ? ਕਹਿੰਦੀ ਮੈਂ ਜਵਾਲਾਮੁਖੀ ਦੇਵੀ ਹਾਂ। ਇੱਥੇ ਕਿਵੇਂ ਆਈ ਆ? ਕਹਿੰਦੇ ਭਗਤ ਜੀ ਇੱਥੋਂ ਹੀ ਤਾਂ ਮੈਂ ਝਾੜੂ ਦੇ ਕੇ ਦਾਤਾ ਲੈਂਦੀ ਹਾਂ, ਫਿਰ ਅੱਗੇ ਤੁਹਾਨੂੰ ਵੰਡਦੀ ਹਾਂ। ਕਹਿੰਦੇ ਜਿੱਥੋਂ ਤੂੰ ਲੈਂਦੀ ਫਿਰ ਆਪਾਂ ਸਿੱਧਾ ਕਿਉਂ ਨਾ ਉੱਥੋਂ ਲੈ ਲਈਏ? ਲੈ ਲਓ ਕਹਿੰਦੇ। ਤੇ ਇਸ ਵਾਸਤੇ ਵੱਡੀ ਤੇਰੀ ਵਡਿਆਈ। ਇਉਂ ਗੁਰੂ ਘਰ ਆਉਣ ਦਾ ਇਹ ਲਾਭ ਹੈ ਕਿ ਆਉਂਦਿਆਂ ਸਾਰੀ ਬੰਦੇ ਦੇ ਸਵਾਲ ਖਤਮ ਹੋ ਜਾਂਦੇ ਨੇ। ਨਿਸ਼ਚਾ ਭਰੋਸਾ ਬਣ ਜਾਂਦਾ ਵੀ ਗੁਰੂ ਮੇਰਾ ਬਹੁਤ ਵੱਡਾ ਹੈ, ਇਹ ਮੈਨੂੰ ਜ਼ਰੂਰ ਬਰ ਜ਼ਰੂਰ ਤਾਰ ਹੀ ਦੇਵੇਗਾ, ਕੋਈ ਸ਼ੰਕਾ ਰਹਿੰਦਾ ਹੀ ਨਹੀਂ। ਤੋ ਇਸ ਲਈ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਇਹ ਹਰ ਹਰ ਕਰਤ ਮਿਟੇ ਸਭ ਭਰਮ। ਬਾਕੀ ਵਾਹਿਗੁਰੂ ਜੀ ਦੇ ਸਿਮਰਨ ਕਰਨ ਤੋਂ, ਨਿਤਨੇਮ ਕਰਨ ਤੋਂ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਹਨ। ਹਰਿ ਕੋ ਨਾਮ ਲੈ ਉਤਮ ਧਰਮਾ, ਜੋ ਹਰੀ ਪਰਮੇਸ਼ਰ ਦਾ ਨਾਮ ਲੈਣਾ ਜਪਣਾ ਹੈ, ਇਹ ਸਭ ਤੋਂ ਉੱਤਮ ਸ੍ਰੇਸ਼ਟ ਧਰਮ ਹੈ। ਸਰਬ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਾਰੇ ਧਰਮਾਂ ਤੋਂ ਉੱਤਮ ਪੁੰਨ ਹੈ। ਹਰ ਹਰ ਕਰਤ ਜਾਤ ਕੁਲ ਹਰੀ, ਪਾਪਾਂ ਦੇ ਹਾਰਕ ਹਰੀ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦਿਆਂ ਜਾਤੀ ਅਤੇ ਕੁਲ ਵੰਸ਼ ਦੀ ਹੰਗਤਾ ਹਰੀ ਜਾਂਦੀ ਦੂਰ ਹੋ ਜਾਂਦੀ ਹੈ। ਸੋ ਹਰ ਅੰਦਲੇ ਕੀ ਲਾਕਰੀ, ਉਹ ਹਰੀ ਪਰਮੇਸ਼ਰ ਦਾ ਜੋ ਨਾਮ ਹੈ, ਇਹ ਨੇਤਰਾਂ ਤੋਂ ਅੰਨੇ ਪੁਰਖ ਦੀ ਲੱਕੜੀ ਸੋਟੀ ਵਤ, ਵੈਰਾਗ ਵਿਵੇਕ ਰੂਪ ਨੇਤਰਾਂ ਤੋਂ ਹੀਣੇ ਪੁਰਖ ਲਈ ਆਸਰਾ ਰੂਪ ਹੈ। ਹਰਾਏ ਨਮਸਤੇ ਹਰਾਏ ਨਮః, ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਤਾਈ ਮੇਰੀ ਮਨ ਕਰਕੇ ਬਾਣੀ ਕਰਕੇ ਨਮਸਤੇ ਹੈ, ਨਮਸਕਾਰ ਹੈ। ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਤਾਈ ਮੇਰੀ ਨਮਸਤੇ ਹੈ। ਸਰੀਰ ਕਰਕੇ ਵੀ ਨਮਸਕਾਰ ਹੈ। ਨਮਸਕਾਰ ਤਾਕੋ ਲਖ ਬਾਰ, ਇਹ ਮਨ ਦੀਜੈ ਤਾਂ ਕੋ ਵਾਰ। ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਨਮਸਤੰ ਅਰੂਪੇ ਨਮਸਤੰ ਅਨੂਪੇ, ਨਮਸਤੰ ਅਪੇਖੇ ਨਮਸਤੰ ਅਲੇਖੇ, ਨਮਸਤੰ ਅਕਾਏ ਨਮਸਤੰ ਅਜਾਏ, ਨਮਸਤੰ ਅਗੰਜੇ ਨਮਸਤੰ ਅਪੰਜੇ, ਨਮਸਤੰ ਅਨਾਮੇ ਨਮਸਤੰ ਅਠਾਮੇ, ਨਮਸਤੰ ਅਕਰਮੰ ਨਮਸਤੰ ਅਧਰਮੰ। ਕਿੰਨੀ ਵਾਰ ਵੇਖੋ ਸਤਿਗੁਰ ਕਲਗੀਧਰ ਮਹਾਰਾਜ ਨੇ ਪ੍ਰਮਾਤਮਾ ਨੂੰ ਨਮਸਤੇ ਬੋਲੀ। ਨਮਸਕਾਰ ਜਿੰਨੀ ਵਾਰ ਕਰੋ ਉਨੀ ਵਾਰ ਥੋੜ੍ਹੀ ਹੈ। ਅਸੀਂ ਗੁਰੂ ਘਰ ਵਿੱਚ ਰਹਿੰਦੇ ਹਾਂ, ਬਹੁਤੀ ਵਾਰ ਸੇਵਾ ਦੌਰਾਨ ਗੁਰੂ ਸਾਹਿਬ ਦੀ ਹਜ਼ੂਰੀ 'ਚ ਆਉਣਾ ਜਾਣਾ ਪੈਂਦਾ।
ਸ਼ਰਧਾ ਘਟ ਜਾਂਦੀ ਹੈ। ਇੱਕੋ ਵਾਰ ਆਓ, ਬੜੇ ਪਿਆਰ ਸਤਿਕਾਰ ਨਾਲ ਹੱਥ ਜੋੜ ਕੇ ਨਮਸਕਾਰ ਕਰੀਦੀ। ਤੇ ਇੱਥੇ ਰਹਿਣ ਤੋਂ ਬੰਦਾ ਸੋਚਦਾ ਵੀ ਆਪਾਂ ਤਾਂ ਇੱਥੇ ਹੀ ਹਾਂ, ਪਰ ਨਹੀਂ। ਮਹਾਰਾਜ ਕਲਗੀਧਰ ਨੇ ਵੇਖੋ ਜਾਪ ਸਾਹਿਬ 'ਚ ਕਿੰਨੀ ਵਾਰ ਨਮਸਕਾਰ ਕੀਤੀ ਹੈ। ਇਉਂ ਜਿੰਨੀ ਵਾਰ ਵੀ ਆਈਏ ਉਨੀ ਵਾਰ ਗੁਰੂ ਸਾਹਿਬ ਨੂੰ ਨਮਸਕਾਰ ਕਰੀਏ, ਆਉਂਦਿਆਂ ਵੀ ਕਰੀਏ, ਜਾਣ ਲੱਗਿਆਂ ਵੀ ਕਰਕੇ ਜਾਈਏ। ਸਤਿਗੁਰੂ ਮਹਾਰਾਜ ਦਾ ਧੰਨਵਾਦ ਕਰੀਏ ਕਿ ਗੁਰੂ ਸਾਹਿਬ ਦਾ ਸ਼ੁਕਰ ਹੈ। ਕਈ ਤਰਸਦੇ ਨੇ ਗੁਰੂ ਜੀ ਦੇ ਦਰਸ਼ਨਾਂ ਨੂੰ, ਤੇ ਸਾਨੂੰ ਵੇਖੋ ਖੁੱਲੇ ਪ੍ਰਾਪਤ ਹੋ ਰਹੇ ਨੇ। ਖੁੱਲੇ ਦਰਸ਼ਨ ਦੀਦਾਰੇ, ਇਹਦਾ ਦਾਨ ਆਪਦੇ ਖਾਲਸਾ ਪੰਥ ਨੂੰ ਬਖਸ਼ਣ ਅਰਦਾਸ ਵਿੱਚ ਆਪਾਂ ਮੰਗਦੇ ਹਾਂ। ਤੋ ਇਸ ਵਾਸਤੇ ਕੋਈ ਪ੍ਰੇਮੀ ਸਤਸੰਗੀ ਪੁਰਖ, ਉਹਦੇ ਤੋਂ ਮੈਂ ਸੁਣਿਆ, ਮੈਨੂੰ ਕਹਿੰਦਾ ਵੀ ਅੱਗੇ ਪਿੱਛੇ ਤਾਂ ਕਦੀ ਗਏ ਨਹੀਂ ਸੀਗੇ, ਜਦ ਬੜੈਲ ਦੇ ਵਿੱਚ ਕੋਈ ਕਾਰਨ ਬਣ ਗਿਆ, ਕਿਸੇ ਨੇ ਧੋਖੇ ਨਾਲ ਉਹ ਜੇਲ੍ਹ ਕਰਾਤੀ। ਕਹਿੰਦੇ ਰੋਜ਼ ਅੰਮ੍ਰਿਤ ਵੇਲੇ ਉੱਠਣਾ ਤੇ ਬੜੀ ਸੋਹਣੀ ਆਵਾਜ਼ ਆਉਣੀ। ਸੋਚਿਆ ਵੀ ਜੇਲ੍ਹ 'ਚ ਬਾਣੀ ਦੇ ਨਿਤਨੇਮ ਦੀ ਆਵਾਜ਼ ਕਿੱਥੋਂ? ਅੰਮ੍ਰਿਤ ਵੇਲੇ 3:30 ਵਜੇ ਉੱਥੇ ਬਾਬਾ ਜੀ ਪ੍ਰਕਾਸ਼ ਕਰ ਦਿੰਦੇ। ਨਿਤਨੇਮ ਭਾਵੇਂ 5 ਵਜੇ ਆਰੰਭ ਹੁੰਦਾ, ਤੇ ਅੰਮ੍ਰਿਤ ਵੇਲੇ ਹੀ ਬਾਣੀ ਦਾ ਨਿਤਨੇਮ। ਕਹਿੰਦੇ ਬੜਾ ਆਨੰਦ ਆਉਣਾ, ਜਿਵੇਂ ਬਿਲਕੁਲ ਨਾਲ ਜੇਲ੍ਹ ਦੇ ਵਿੱਚ ਹੀ ਹੋਵੇ। ਸੋਚਿਆ ਵੀ ਇਹ ਗੁਰਦੁਆਰੇ ਦੇ ਦਰਸ਼ਨ ਤਾਂ ਪਹਿਲਾਂ ਕੀਤੇ ਨਹੀਂ ਸਨ। ਗੁਰਦੁਆਰਾ ਸ੍ਰੀ ਧੰਨਾ ਭਗਤ ਬਿਲਕੁਲ ਬੜੈਲ ਦੇ ਮੁੱਢ ਦੇ ਵਿੱਚ ਹੈ। ਕਹਿੰਦੇ ਬੜਾ ਚੰਗਾ ਲੱਗਣਾ। ਸੋਚਣਾ ਬਣਾ ਜਾ ਕੇ ਮੱਥਾ ਹੀ ਟੇਕ ਕੇ ਆਈਏ। ਤੇ ਇਸ ਵਾਸਤੇ ਜਦ ਇਨਸਾਨ ਟੁੱਟ ਜਾਂਦਾ ਉਦੋਂ ਫਿਰ ਪਤਾ ਚੱਲਦਾ ਵੀ ਮਹਾਰਾਜ ਦੇ ਦਰਸ਼ਨਾਂ ਦਾ ਵੇਖੋ ਕਿੰਨਾ ਲਾਭ, ਕਿੰਨੀ ਕੀਮਤ ਹੈ। ਇਸ ਲਈ ਜਿਵੇਂ ਅੰਨੇ ਬੰਦੇ ਨੂੰ ਡੰਗੋਰੀ ਹੈ, ਇਸ ਤਰ੍ਹਾਂ ਤੇਰਾ ਨਾਮ ਮਹਾਰਾਜ ਮੰਦੁਲੇਖੀ ਟੇਕ, ਤੇਰਾ ਨਾਮ ਖੁੰਦ ਘਰ ਹੈ। ਮੈਂ ਤੇਰੇ ਤਾਈਂ ਮਨ ਬਾਣੀ ਸਰੀਰ ਕਰਕੇ ਨਮਸਕਾਰ ਕਰਦਾ ਹਾਂ ਜੀ। ਜਿੰਨੀ ਵਾਰ ਵੀ ਆਵਾਂ ਉਨੀ ਵਾਰ ਹੀ ਨਮਸਕਾਰ ਕਰਾਂ ਜੀ। ਨਮਸਕਾਰ ਡੰਡੌਤ ਬੰਦਨ ਅਨਕ ਵਾਰ ਜਾਉ ਵਾਰੇ। ਹਰ ਹਰ ਕਰਤ ਨਹੀਂ ਦੁਖ ਜਮ ਹੈ। ਸਾਰੇ ਸੰਸਿਆਂ ਦੇ ਹਾਰਕ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦੀਆਂ ਯਮਦੂਤਾਂ ਦਾ ਜਾਂ ਜਮਾਨੀ ਦਾ ਦੁੱਖ ਨਹੀਂ ਹੁੰਦਾ, ਜਾਂ ਜੰਮਣ ਮਰਨ ਦਾ ਦੁੱਖ ਨਹੀਂ ਹੁੰਦਾ ਹੈ। ਨਾਮ ਦੇ ਕਰ ਫੁਰਮਾਨ ਕਰਦੇ ਨੇ। ਹਰ ਹਰ ਨਾਖਸ ਹਰੇ ਪੁਰਾਣਾ। ਜਿਸ ਪਰਮੇਸ਼ਰ ਨੇ ਆਪਣੇ ਨਾਮ ਜਪਣ ਵਾਲੇ ਪ੍ਰਹਿਲਾਦ ਭਗਤ ਦੀ ਰੱਖਿਆ ਲਈ ਹਰਨਾਖਸ ਦੇ ਪੁਰਾਣਾਂ ਨੂੰ ਨਰਸਿੰਘ ਰੂਪ ਧਾਰ ਕੇ ਮੇਟ ਦਿੱਤਾ। ਅਜੈ ਮਲ ਕੀਓ ਬੈਕੁੰਠੈ ਥਾਨ। ਅਜਾਮਲ ਪਾਪੀ ਜਗ ਜਾਣੇ ਨਿਮਕ ਮਾਹੇ ਨਿਸਤਾਰ। ਅਜਾਮਲ ਪਾਪੀ ਨੇ ਅੰਤ ਵੇਲੇ ਜਿਸ ਪਰਮੇਸ਼ਰ ਦਾ ਨਾਮ ਸਿਮਰ ਕੇ ਬੈਕੁੰਠ ਧਾਮ ਦੇ ਵਿੱਚ ਥਾਂ ਪ੍ਰਾਪਤ ਕੀਤੀ। ਜਾਂ ਪਰਮੇਸ਼ਰ ਨੇ ਅਜਾਮਲ ਨੂੰ ਆਪਣਾ ਨਾਮ ਜਪਣ ਕਰਕੇ ਬੈਕੁੰਠ 'ਚ ਵਸਣ ਵਾਸਤੇ ਥਾਂ ਦੇਣਾ ਕੀਤਾ। ਸੋ ਐਸਾ ਹੈ ਵਾਹਿਗੁਰੂ। ਸੂਆ ਪੜਾਵਤ ਗਨਕਾ ਤਰੀ। ਤੋਤੇ ਨੂੰ ਰਾਮ ਨਾਲ ਪੜਾਉਂਦੀ ਵੇਸ਼ਵਾ ਆਪਣੇ ਹਿਰਦੇ 'ਚ ਨਾਮ ਵਸਾ ਕੇ ਵੇਖੋ ਸੰਸਾਰ ਸਮੁੰਦਰ ਤੋਂ ਤਰ ਗਈ, ਭਾਵ ਮੁਕਤ ਹੋ ਗਈ। ਉਹ ਹਰ ਨੈਨੋ ਕੀ ਪੂਤਰੀ। ਉਸ ਪਰਮੇਸ਼ਰ ਦਾ ਨਾਮ ਹੈ ਮੈਨੂੰ ਨੇਤਰਾਂ ਦੀ ਪੁਤਲੀ ਭਾਵ ਧੀਰੀ ਵੱਤ ਪਿਆਰਾ ਹੈ। ਜਿਵੇਂ ਅੱਖਾਂ ਬਹੁਤ ਪਿਆਰੀਆਂ, ਇਹਦੇ ਤੋਂ ਬਗੈਰ ਸਰਦਾ ਨਹੀਂ, ਇਉਂ ਅੱਖਾਂ ਦੀ ਪੁਤਲੀ ਵੱਤ ਪਿਆਰਾ ਹੈ। ਹਰ ਹਰ ਕਰਤ ਪੂਤਨਾ ਤਰੀ। ਪਾਪਾਂ ਦੇ ਹਾਰਕ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦਿਆਂ ਉਹ ਪੂਤਨਾ ਦਾਈ ਸੰਸਾਰ ਸਮੁੰਦਰ ਤੋਂ ਤਰ ਗਈ। ਬਾਲ ਘਾਤਨੀ ਕਪਟ ਹੈ ਭਰੀ। ਜੋ ਕਿ ਬਾਲਕਾਂ ਨੂੰ ਮਾਰਨ ਵਾਲੀ ਤੇ ਛਲ ਨਾਲ ਭਰੀ ਹੋਈ ਸੀ। ਪੂਤਨਾ ਬਲ ਦੀ ਪੁੱਤਰੀ ਸੀਗੀ। ਵਕਾਸੁਰ ਤੇ ਅਗਾਸੁਰ ਦੀ ਭੈਣ ਸੀ।
ਇਹਨੂੰ ਕੰਸ ਨੇ ਪ੍ਰੇਰਿਆ ਤੇ ਦਾਈ ਬਣਾ ਕੇ ਕ੍ਰਿਸ਼ਨ ਜੀ ਨੂੰ ਮਾਰਨ ਲਈ ਭੇਜਿਆ ਸੀ। ਇਹਨੇ ਕ੍ਰਿਸ਼ਨ ਜੀ ਨੂੰ ਮਾਰਨ ਲਈ ਆਪਣੇ ਅਸਤਰਾਂ ਤੇ ਜ਼ਹਿਰ ਲਾਈ। ਜਦ ਇਹ ਕ੍ਰਿਸ਼ਨ ਨੂੰ ਦੁੱਧ ਚੁੰਘਾਉਣ ਲੱਗੀ ਉਸ ਵੇਲੇ ਇਹਨੇ ਆਪਣੀ ਦੇਹ ਬਹੁਤ ਵਧਾ ਲਈ। ਤਦ ਕ੍ਰਿਸ਼ਨ ਜੀ ਨੇ ਤਿੰਨਾਂ ਲੋਕਾਂ ਦਾ ਭਾਰ ਉਹਦੇ ਤੇ ਪਾ ਸੁੱਟਿਆ ਤੇ ਉਹਦਾ ਲਹੂ ਚੂਸ ਕੇ ਦੁੱਧ ਦੇ ਰਸਤੇ ਇਹਦੇ ਪ੍ਰਾਣ ਕੱਢ ਗਏ, ਖਿੱਚ ਲਏ ਤੇ ਮਾਂ ਦੀ ਸਹੇਲੀ ਬਣ ਕੇ ਆਈ ਜਾਣ ਕੇ ਮੁਕਤ ਕਰ ਦਿੱਤੀ ਸੀ। ਸੋ ਕੀਤੀ ਮਾਂ ਤੁਲ ਸਹੇਲੀ। ਇਉਂ ਸੋ ਮਾਂ ਦੇ ਬਰਾਬਰ ਇਹਨੂੰ ਤਾਰ ਦੇਣਾ ਕੀਤਾ। ਸਿਮਰਨ ਦ੍ਰੋਪਦ ਸੁਤ ਉਦਰੀ। ਪਰਮੇਸ਼ਰ ਦਾ ਭਜਨ ਕਰਕੇ ਦ੍ਰੋਪਦ ਰਾਜੇ ਦੀ ਪੁੱਤਰੀ ਦੁਰਯੋਧਨ ਦੀ ਸਭਾ ਦੇ ਅੰਦਰ ਨਗਨ ਹੋਣ ਦੇ ਦੁੱਖ ਤੋਂ ਬਚ ਗਈ, ਤਰ ਗਈ ਸੀ। ਜਿਸ ਸਮੇਂ ਪਾਂਡਵ ਜੂਏ ਵਿੱਚ ਸਭ ਕੁਝ ਹਾਰ ਗਏ, ਤਦੋਂ ਯੁਧਿਸ਼ਠਰ ਨੇ ਦ੍ਰੋਪਦੀ ਵੀ ਦਾਅ ਤੇ ਲਾ ਦਿੱਤੀ। ਵੇਖੋ, ਭਾਵੇਂ 7 ਪੁੱਤਰ ਸੀਗਾ ਪਰ ਗਲਤੀ ਕੀਤੀ। ਕੌਰਵਾਂ ਦੀ ਕੁਟਲਨੀਤੀ ਕਰਕੇ ਪਾਂਡਵ ਦ੍ਰੋਪਦੀ ਨੂੰ ਵੀ ਹਾਰ ਗਏ। ਉਸ ਸਮੇਂ ਦੁਰਯੋਧਨ ਨੇ ਦੂਤਾਂ ਨੂੰ ਹੁਕਮ ਦਿੱਤਾ ਕਿ ਦ੍ਰੋਪਦੀ ਨੂੰ ਇੱਥੇ ਸਭਾ 'ਚ ਲੈ ਕੇ ਆਓ। ਉਹ ਦੂਤ ਦ੍ਰੋਪਦੀ ਨੂੰ ਲੈਣ ਵਾਸਤੇ ਗਏ ਪਰ ਉਹ ਦੂਤਾਂ ਨਾਲ ਨਾ ਆਈ। ਫਿਰ ਦੁਸ਼ਾਸਨ ਗਿਆ ਤੇ ਇਹਨੇ ਦ੍ਰੋਪਦੀ ਨੂੰ ਸਿਰ ਦੇ ਵਾਲਾਂ ਤੋਂ ਪਕੜ ਕੇ ਸਭਾ 'ਚ ਲੈ ਆਉਂਦਾ ਤੇ ਦੂਤਾਂ ਨੂੰ ਸਾਰੀ ਸਭਾ ਦੇ ਸਾਹਮਣੇ ਦ੍ਰੋਪਦੀ ਨੂੰ ਨਗਨ ਕਰਨ ਦਾ ਹੁਕਮ ਦਿੱਤਾ। ਉਹ ਦ੍ਰੋਪਦੀ ਦੀ ਸਾੜੀ ਉਤਾਰ ਕੇ ਉਹਨੂੰ ਸ਼ਰਮਸ਼ਾਰ ਕਰਨ ਲੱਗੇ। ਦ੍ਰੋਪਦੀ ਨੇ ਆਪਣੇ 5 ਪਤੀਆਂ ਵੱਲ ਵੇਖਿਆ ਪਰ ਉਹਨਾਂ ਨੇ ਸ਼ਰਮ ਨਾਲ ਨੀਵੀਂ ਪਾ ਲਈ। ਫਿਰ ਇਹਨੇ ਭੀਸ਼ਮ ਪਿਤਾਮਾ ਵੱਲ ਵੇਖਿਆ। ਵੇਖੋ, ਉਹ ਦਾਦਾ ਸੀਗਾ, ਪਿਤਾਮੇ ਦਾ ਅਰਥ ਦਾਦਾ ਹੁੰਦਾ। ਗੰਗਾ ਪੁੱਤਰ ਕਿੱਡਾ ਧਰਮੀ ਅਖਵਾਉਂਦਾ ਸੀਗਾ ਤੇ ਪਰ ਉਹ ਵੀ ਬੋਲ ਨਹੀਂ ਸਕਿਆ। ਜਿਹੜਾ ਅਸ਼ਵਸਥਾਮਾ ਸੀਗਾ ਇਹਨਾਂ ਦਾ, ਕੈਰਵਾਂ ਦੇ ਪਾਂਡਵਾਂ ਦਾ ਗੁਰੂ, ਜਿਹਨੇ ਤੀਰ ਚਲਾਉਣੇ, ਸ਼ਸਤਰ ਵਿਦਿਆ ਸਿਖਾਈ, ਇਹੋ ਜਿਹੇ ਵੱਡੇ ਵੱਡੇ ਉੱਥੇ ਮਹਾਂਪੁਰਖ ਬੈਠੇ ਹੋਏ ਸੀ ਜਿਹੜੇ ਆਪਣੇ ਆਪ ਨੂੰ ਬੜੇ ਬਜ਼ੁਰਗ, ਬੜੇ ਸਿਆਣੇ, ਬੜੇ ਧਰਮੀ ਖਮਾਉਂਦੇ ਸੀਗੇ। ਉਹ ਵੀ ਵੇਖੋ ਦੁਰਯੋਧਨ ਅੱਗੇ ਬੋਲ ਨਹੀਂ ਸਕੇ। ਕਈ ਵਾਰ ਮੈਂ ਸੋਚਦਾ ਹੁੰਦਾ ਕਿ ਮਹਾਰਾਜ ਦਾ ਕਿ ਨਿਹੰਗੀ ਭਾਵੇਂ ਹੁੰਦਾ, ਉੱਥੇ ਕੋਲ ਭਾਵੇਂ ਉਹਦੇ ਕੁਛ ਵੀ ਨਾ ਹੁੰਦਾ ਤੇ ਉਹਨੇ ਦੁਰਯੋਧਨ ਦਾ ਕਿਰਪਾਨ ਕੱਢ ਕੇ ਗਾਟਾ ਲਾ ਦੇਣਾ ਸੀ। ਤੇ ਜੇ ਗੁਰੂ ਮਹਾਰਾਜ ਖੁਦ ਆਪ ਹੁੰਦੇ ਫਿਰ ਤੁਹਾਨੂੰ ਪੁੱਠਾ ਹੀ ਧਰਤੀ 'ਚ ਕੱਢ ਦਿੰਦੇ ਵੀ ਪੁੱਤ ਤੂੰ ਦੱਸ, ਨੇ ਹੱਥੇ ਉੱਪਰ, ਬਜ਼ੁਰਗ ਉੱਪਰ, ਬੀਬੀ ਉੱਪਰ ਵਾਰ ਕਰਨਾ ਕੋਈ ਸੂਰਮਗਤੀ ਥੋੜ੍ਹਾ ਆ ਮੇਰੇ ਨਾਲ ਹੱਥ ਕਰ। ਤੋ ਕੋਈ ਵੀ ਨਹੀਂ ਉਸ ਸਭਾ ਦੇ ਵਿੱਚ ਬੋਲਿਆ। ਇੱਕ ਵੇਖੋ, ਭਗਵਾਨ ਨੇ ਗੁਪਤ ਰੂਪ ਦੇ ਵਿੱਚ ਜਦ ਉਹਨੇ ਯਾਦ ਕੀਤਾ ਕ੍ਰਿਸ਼ਨ ਮਹਾਰਾਜ ਨੂੰ ਅੱਖਾਂ ਬੰਦ ਕਰਕੇ ਵਿਲਾਪ ਕਰਦੀ ਹੋਈ ਨੇ ਕਿ ਇਹ ਬਿੰਦਰਾਵਨ 'ਚ ਵਸਣ ਵਾਲੇ ਦਵਾਰਕਾ ਦੇ ਨਿਵਾਸੀ ਤੂੰ ਮੇਰੀ ਪੈਜ ਰੱਖ। ਉਹਨਾਂ ਚਿਰ ਭਗਵਾਨ ਨਹੀਂ ਆਏ ਜਿੰਨਾ ਚਿਰ ਇਹ ਕੀਰਤਨ ਨਾਮ ਲੈਂਦੀ ਰਹੀ। ਜਦੋਂ ਅਤਿਅੰਤ ਦੀਨਮਨ ਹੋ ਕੇ ਸਰਵਵਿਆਪੀ ਜਾਣ ਕੇ ਆਖਿਆ, ਸਰਵਵਿਆਪੀ ਪ੍ਰਭੂ ਤੂੰ ਮੇਰੀ ਰੱਖਿਆ ਕਰ, ਤਾਂ ਉਸ ਵੇਲੇ ਅਜਿਹਾ ਕੌਤਕ ਵਰਤਿਆ ਕਿ ਦ੍ਰੋਪਦੀ ਦੇ ਦੁਆਲੇ ਕੱਪੜਿਆਂ ਦਾ ਕਿਲਾ ਹੀ ਉਸਰ ਗਿਆ। ਕੱਪੜ ਕੋਟ ਉਸਾਰਿਆਂ ਨੂੰ ਥੱਕੇ ਦੂਤ ਨਾਲ ਪਾਰ ਵਸਣ ਦੀ ਕੱਪੜੇ ਲਾ ਕੇ ਥੱਕ ਗਏ ਪਰ ਉਹਨਾਂ ਦੀ ਮੰਦ ਵਾਸ਼ਨਾ ਪੂਰੀ ਨਾ ਹੋਈ। ਇਉਂ ਪ੍ਰਭੂ ਨੇ ਭਗਵਾਨ ਕ੍ਰਿਸ਼ਨ ਦੇ ਰੂਪ 'ਚ ਆਪਣੀ ਭਗਤਨੀ ਜਾਣ ਕੇ ਉਹਦੀ ਪੈਜ ਰੱਖਣਾ ਕੀਤੀ। ਗੌਤਮ ਸਤੀ ਸਿਲਾ ਨਿਸਤਰੀ। ਜੋ ਸਤ ਪ੍ਰਤਗੀ ਗੌਤਮ ਲਿਖੀ ਦੀ ਉਹਦੀ ਪੱਥਰ ਰੂਪ 'ਚ ਬਣੀ ਹੋਈ ਅਹਲਿਆ ਨਾਮੀ ਇਸਤਰੀ, ਗੌਤਮ ਦੀ ਇਸਤਰੀ ਅਹਲਿਆ, ਸੰਸਕ੍ਰਿਤ 'ਚ ਸਤੀ ਨਾਮ ਇਸਤਰੀ ਦਾ ਹੈ। ਇਹ ਪਰਮੇਸ਼ਰ ਦੇ ਨਾਮ ਸਿਮਰਨ ਦੇ ਪ੍ਰਤਾਪ ਕਰਕੇ ਸੰਸਾਰ ਸਮੁੰਦਰ ਤੋਂ ਤਰ ਗਈ ਸੀ। ਅਹਲਿਆ ਗੌਤਮ ਰਿਸ਼ੀ ਦੀ ਪਤਨੀ ਸੀ ਜੋ ਬਹੁਤ ਹੀ ਸੁੰਦਰ ਸਰੂਪ ਵਾਲੀ ਸੀ। ਜਦ ਚੰਦਰਮਾ ਦੇ ਕੋਲੋਂ ਇੰਦਰ ਨੇ ਗੌਤਮ ਰਿਸ਼ੀ ਦੀ ਇਸਤਰੀ ਅਹਲਿਆ ਬਾਰੇ ਸੁਣਿਆ
ਕਿ ਗੌਤਮ ਰਿਖੀ ਦੀ ਇਸਤਰੀ ਵਰਗਾ ਦੁਨੀਆ ਵਿੱਚ ਹੋਰ ਕਿਸੇ ਦਾ ਰੂਪ ਨਹੀਂ ਹੈ। ਅਹਲਿਆ ਦੀ ਸਿਫਤ ਸੁਣ ਕੇ ਜਦ ਉਹਦੇ ਚਿਹਰੇ ਮੋਹਰੇ ਨੂੰ ਦੇਖਿਆ ਤਾਂ ਕਾਮਵਸ ਹੋ ਕੇ ਇੰਦਰ ਨੂੰ ਸੁੱਧ ਬੁੱਧ ਭੁੱਲ ਗਈ। ਦਿਵਤ ਦੀਪ ਦੁੱਤ ਬਪ ਪਿਖੀ ਬਸ ਭਇਓ ਪਤੰਗ, ਕਾਮ ਸਿੰਘ ਗਰਜਨ ਕਰਾ ਧੀਰਸ ਭਇਓ ਕਰੰਗ। ਦਸਮ ਗ੍ਰੰਥ ਕ੍ਰਿਸ਼ਨ ਅਵਤਾਰ। ਪਹਿਲਾਂ ਇੰਦਰ ਨੇ ਸੂਰਜ ਦੇ ਅਮਾਨੀ ਦੇਵਤੇ ਨੂੰ ਪੁੱਛਿਆ ਕਿ ਮੇਰਾ ਅਹਲਿਆ ਨਾਲ ਮਿਲਾਪ ਕਿਸ ਤਰੀਕੇ ਨਾਲ ਹੋ ਸਕਦਾ ਹੈ। ਤਾਂ ਸੂਰਜ ਨੇ ਆਪ ਦਾ ਪੱਲਾ ਛਡਾਉਣ, ਖਹਿੜਾ ਛਡਾਉਣ ਖਾਤਰ ਪੱਲਾ ਝਾੜਤਾ। ਕਹਿਣ ਲੱਗਾ ਵੀ ਮੈਨੂੰ ਨਹੀਂ ਪਤਾ, ਕਿਸੇ ਹੋਰ ਨਾਲ ਗੱਲ ਕਰ, ਕਿਉਂਕਿ ਕਿਸੇ ਦੇ ਬੁਰੇ ਕਰਮ 'ਚ ਮਦਦ ਕਰਨੀ ਬਹੁਤ ਵੱਡਾ ਪਾਪ ਹੈ। ਇਹਨੇ ਬਹਾਨਾ ਲਾਇਆ ਕਿ ਮੇਰੀ ਤੇਜ਼ ਰੋਸ਼ਨੀ ਕਰਕੇ ਤਾਂ ਸਾਰੇ ਮੈਥੋਂ ਲੁਕੇ ਰਹਿੰਦੇ ਨੇ, ਬਾਹਰ ਹੀ ਨਹੀਂ ਨਿਕਲਦੇ, ਹੁਣ ਮੈਨੂੰ ਕੀ ਪਤਾ। ਫਿਰ ਇੰਦਰ ਨੇ ਚੰਦਰਮਾ ਨੂੰ ਪੁੱਛਿਆ ਤਾਂ ਉਹਨੇ ਕਿਹਾ ਕਿ ਉਸ ਦਾ ਪਤੀ ਗੌਤਮ ਰਿਖੀ ਕੁੱਕੜ ਦੀ ਬਾਂਗ ਸੁਣ ਕੇ ਪ੍ਰਭਾਤ ਵੇਲੇ ਉੱਠ ਕੇ ਸਵਾ ਭਰ ਰਾਤ ਰਹਿੰਦੀ ਨੂੰ ਗੋਦਾਵਰੀ 'ਚ ਇਸ਼ਨਾਨ ਕਰਨ ਲਈ ਜਾਂਦਾ ਹੈ। ਉਸ ਸਮੇਂ ਤੋਂ ਬਗੈਰ ਉਹਦੇ ਇਕੱਲੇ ਰਹਿਣ ਦਾ ਹੋਰ ਕੋਈ ਸਮਾਂ ਨਹੀਂ। ਤਾਂ ਇਹ ਚੰਦਰਮਾ ਨੂੰ ਕਹਿਣ ਲੱਗਾ ਕਿ ਤੂੰ ਹੀ ਮੇਰੀ ਸਹਾਇਤਾ ਕਰ। ਰਿਖੀ ਦੇ ਸਵੇਰੇ ਉੱਠਣ ਸਮੇਂ ਤੂੰ ਕੁੱਕੜ ਬਣ ਕੇ ਅੱਧੀ ਰਾਤ ਨੂੰ ਬਾਂਗ ਦੇ ਦੇਵੀਂ। ਇੰਦਰ ਦਾ ਕਹਿਣਾ ਮੰਨ ਕੇ ਚੰਦਰਮਾ ਨੇ ਦੂਜੀ ਰਾਤ ਨੂੰ ਕੁੱਕੜ ਦਾ ਰੂਪ ਧਾਰ ਕੇ ਅੱਧੀ ਰਾਤ ਨੂੰ ਜਾ ਕੇ ਬਾਂਗ ਦੇ ਦਿੱਤੀ। ਬਾਂਗ ਨੂੰ ਸੁਣ ਕੇ ਗੌਤਮ ਰਿਖੀ ਉੱਠ ਕੇ ਪਰਨਾ ਲੈ ਕੇ ਇਸ਼ਨਾਨ ਕਰਨ ਲਈ ਗੋਦਾਵਰੀ ਵੱਲ ਤੁਰ ਪਿਆ। ਗੌਤਮ ਰਿਖੀ ਦੇ ਜਾਣ ਤੋਂ ਬਾਅਦ ਇੰਦਰ ਨੇ ਦੈਵੀ ਸ਼ਕਤੀ ਨਾਲ ਗੌਤਮ ਰਿਖੀ ਵਰਗਾ ਸਰੂਪ ਬਣਾ ਕੇ ਅਹਲਿਆ ਨਾਲ ਮਿਲ ਕੇ ਆਪ ਦਾ ਜਿਹੜਾ ਮਨ ਭਾਉਂਦੀਆਂ ਖੁਸ਼ੀਆਂ ਕੀਤੀਆਂ। ਜਿਸ ਵਕਤ ਗੌਤਮ ਰਿਖੀ ਗੋਦਾਵਰੀ ਗੰਗਾ 'ਚ ਇਸ਼ਨਾਨ ਕਰਨ ਲਈ ਵੜਿਆ ਤਾਂ ਗੰਗਾ 'ਚੋਂ ਅੰਤਰਜਾਮੀ ਨੇ ਗੰਗਾ ਦੇ ਰੂਪ 'ਚ ਆਵਾਜ਼ ਦਿੱਤੀ ਕਿ ਹੇ ਰਿਖੀ ਜੀ, ਤੇਰੇ ਇਸ਼ਨਾਨ ਦਾ ਅਜੇ ਸਮਾਂ ਨਹੀਂ ਹੈ, ਅਜੇ ਤਾਂ ਅੱਧੀ ਰਾਤ 12 ਵਜੇ ਨੇ, ਅੱਧੀ ਰਾਤ ਦਾ ਟਾਈਮ, ਅੰਮ੍ਰਿਤ ਵੇਲਾ ਨਹੀਂ ਹੋਇਆ, ਤੇਰੇ ਘਰ ਚੋਰ ਲੱਗੇ ਹੋਏ ਨੇ, ਜਲਦੀ ਜਾ ਤੇ ਆਪਦੇ ਘਰ ਦੀ ਸੰਭਾਲ ਕਰ। ਇਹ ਗੱਲ ਸੁਣ ਕੇ ਰਿਖੀ ਗੱਲਾਂ ਪਰਨਾ ਨਿਚੋੜਦਾ ਬੜੇ ਗੁੱਸੇ ਨਾਲ ਜਲਦੀ ਬਾਹਰ ਆਇਆ। ਜਦੋਂ ਘਰ ਦੇ ਕੋਲ ਪਹੁੰਚ ਕੇ ਵੇਖਿਆ, ਸੱਚਖੰਡ ਹਜੂਰ ਸਾਹਿਬ ਦੇ ਕੋਲ ਹੀ ਗੋਦਾਵਰੀ ਗੰਗਾ ਦੇ ਕਿਨਾਰੇ 'ਤੇ ਸੀ ਇਹਦਾ ਘਰ। ਜਿਹੜੀ ਗੋਦਾਵਰੀ ਵਗਦੀ ਆ ਉਹਦੇ ਕਿਨਾਰੇ 'ਤੇ ਸੀ। ਉਹਨੇ ਵੇਖਿਆ ਕਿ ਚੰਦਰਮਾ ਕੁੱਕੜ ਬਣ ਕੇ ਮਨਾਰੇ 'ਤੇ ਬੈਠਾ ਬੋਲ ਰਿਹਾ। ਸਾਰੀ ਸ਼ੈਤਾਨੀ ਚੰਦਰਮਾ ਦੀ ਜਾਣ ਕੇ ਗੁੱਸੇ ਆ ਕੇ ਤੇ ਉਹਨੇ ਵਗਾਤਾ ਹੀ ਗੱਲਾਂ ਪਰਨਾ ਇਹੋ ਜਿਹੇ ਜ਼ੋਰ ਨਾਲ ਮਾਰਿਆ ਕਿ ਉਹਨੂੰ ਕਲੰਗ ਲੱਗ ਗਿਆ, ਜਿਹਦੇ ਕਲੰਗ ਨੂੰ ਅੱਜ ਤੱਕ ਕੋਈ ਦੂਰ ਨਹੀਂ ਕਰ ਸਕਿਆ। ਤਰਲੋਚਨ ਭਗਤ ਜੀ ਨੇ ਧਰਾਸਰੀ ਰਾਗਣੀ ਵਿੱਚ ਸ਼ਬਦ ਲਿਖਿਆ ਹੈ, ਉਹਦੇ ਵਿੱਚ ਵੀ ਇਹਦੇ ਕਲੰਕ ਦਾ ਜ਼ਿਕਰ ਕੀਤਾ ਹੈ। ਤੇ ਇਹਦੇ ਤੋਂ ਅੱਗੇ ਇਸ ਤਰ੍ਹਾਂ ਹੈ ਕਿ ਜਦ ਗੌਤਮ ਰਿਖੀ ਅੰਦਰ ਜਾਣ ਲੱਗਿਆ ਤਾਂ ਆਪਣੀ ਲੜਕੀ ਅੰਜਨੀ ਨੂੰ ਪਹਿਰੇ 'ਤੇ ਖੜਾ ਵੇਖ ਕੇ ਪੁੱਛਣ ਲੱਗਾ ਕਿ ਅੰਦਰ ਕੌਣ ਹੈ। ਤਾਂ ਉਹਨੇ ਹੌਲੀ ਜਿਹੀ ਆਵਾਜ਼ ਨਾਲ ਕਿਹਾ ਮਜ਼ਾਰ। ਇਹਦੇ ਕਈ ਅਰਥ ਨੇ, ਇਹਦਾ ਅਰਥ ਚੋਰ ਵੀ ਹੈ, ਬਿੱਲਾ ਵੀ ਹੈ ਤੇ ਮਾਂ ਦਾ ਯਾਰ ਵੀ ਬਣ ਸਕਦਾ। ਉਸ ਵੇਲੇ ਅੰਜਨੀ ਨੂੰ ਆਪਣੀ ਮਾਂ ਦੇ ਪਾਪ ਕਰਮ 'ਚ ਮਿਲੀ ਭੁਗਤ ਜਾਣ ਕੇ ਰਿਖੀ ਨੇ ਸ਼ਰਾਪ ਦਿੱਤਾ ਕਿ ਤੇਰੇ ਸ਼ਾਦੀ ਤੋਂ ਬਗੈਰ ਤੋਂ ਬੱਚੇ ਦਾ ਜਨਮ ਹੋਵੇਗਾ। ਅੰਦਰ ਜਾ ਕੇ ਇੰਦਰ ਨੂੰ ਵੇਖਿਆ, ਕਹਿਣ ਲੱਗਾ ਵੀ ਤੂੰ ਇੰਨੇ ਪਦਾਰਥ ਪਾਲਾ ਹੋ ਕੇ ਵੀ, ਇੰਨੀਆਂ ਪਰੀਆਂ ਪਾ ਕੇ ਵੀ ਤੂੰ ਤ੍ਰਿਪਤ ਨਹੀਂ ਹੋਇਆ ਤੇ ਰਿਖੀਆਂ ਦਾ ਘਰ ਵੀ ਨਹੀਂ ਛੱਡਿਆ। ਗੁਆਂਢੀਆਂ ਦਾ ਤਾਂ ਘਰ ਛੱਡ ਦਈਦਾ, ਰਿਖੀਆਂ ਦਾ ਘਰ ਤਾਂ ਛੱਡ ਦਈਦਾ। ਤੂੰ ਪਾਪ ਕਰਮ ਕਰਨ ਲੱਗ ਪਿਆ। ਜਾਂ ਤੇਰੇ ਸਰੀਰ 'ਤੇ ਜਿਹਦੀ ਇੱਕ ਭਾ ਖਾਤਰ ਤੂੰ ਆਇਆ ਹਜ਼ਾਰਾਂ ਪਗਾਂ ਦੇ ਨਿਸ਼ਾਨ ਹੋ ਜਾਣ। ਰਿਖੀ ਦੇ ਕੋਲੋਂ ਸ਼ਰਾਬ ਦੇ ਵਚਨ ਸੁਣ ਕੇ ਇੰਦਰ ਦਾ ਸਰੀਰ ਫਿੱਟ ਗਿਆ। ਹਜ਼ਾਰ ਹੀ ਪਗਾਂ ਦੇ ਨਿਸ਼ਾਨ ਸਰੀਰ 'ਤੇ ਹੋ ਗਏ। ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ। ਪ੍ਰਭਾਤੀ ਰਾਗ ਦੇ ਵਿੱਚ ਗੌਤਮ ਤਪਾ ਅਹਲਿਆ ਇਸਤਰੀ, ਪ੍ਰਭਾਤੀ ਮਹੱਲਾ ਪਹਿਲਾ ਦੱਖਣੀ। ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੋਭਾਇਆ। ਸਹਿ ਸਰੀਰ ਚਿਹਨ ਭਾਗ ਹੋਏ, ਤਾਂ ਮਨ ਪਛੋਤਾਇਆ। ਕੋਈ ਜਾਣ ਨਾ ਭੁੱਲੈ ਪਾਈ, ਸੋ ਭੁੱਲੈ ਜਿਸ ਆ ਭੁਲਾਏ। ਬੁਝੈ ਜਿਸ ਬੁਝਾਈ ਰਹਾਓ। ਤੇ ਇਉਂ ਇਹ ਵੀ ਸਰਾਪਿਆ ਗਿਆ
ਕਬਲਾਂ ਦੀ ਬਗੀਚੀ ਦੇ ਵਿੱਚ ਲੁਕ ਗਿਆ। ਬੜੀ ਮੁਸ਼ਕਲ ਪੈ ਗਈ, ਸਵਰਗ 'ਚ ਨਹੀਂ ਜਾ ਸਕਿਆ। ਫਿਰ ਆਪਣੀ ਇਸਤਰੀ ਅਹਲਿਆ ਨੂੰ ਕਹਿਣ ਲੱਗਾ ਕਿ ਤੂੰ ਪੱਥਰ ਬਣ ਜਾ, ਤੈਨੂੰ ਪਹਿਚਾਣ ਹੀ ਨਹੀਂ ਆਈ। ਤੇਰੇ ਰਿਖੀਆਂ ਦੇ ਕੋਲ ਰਹਿ ਕੇ ਵੀ ਅੰਦਰੋਂ ਮੈਂ ਸ਼ਿਵਕਾਰ ਨਹੀਂ ਮਿਟੇ, ਕਿਉਂਕਿ ਅਹਲਿਆ ਨੇ ਆਪਣੀ ਜੋ ਗਨੇਸੁਰੀ ਨਾਮ ਦੀ ਸਖੀ ਭੇਜ ਕੇ ਕੋਈ ਕਰਮ ਕਰਨ ਲਈ ਇੰਦਰ ਨੂੰ ਬੁਲਾਇਆ ਸੀ। ਜਿਸ ਤਰ੍ਹਾਂ ਮੈਂ ਕਰਮ ਕੀਤਾ ਉਹਦਾ ਫਲ ਤੋ ਇਹਨੂੰ ਪ੍ਰਾਪਤ ਹੋ ਗਿਆ। ਇਹਨੇ ਬੇਨਤੀ ਕੀਤੀ, ਜੀ ਆਪਦੇ ਸ਼ਰਾਪ ਕਰਕੇ ਮੈਨੂੰ ਅਵਸ਼ ਭੋਗਣਾ ਪਵੇਗਾ, ਕਿਉਂਕਿ ਮੈਂ ਤੁਹਾਡੀ ਪਤਨੀ ਰਹੀ ਹਾਂ। ਮੇਰੇ ਤੇ ਫਿਰ ਤੋਂ ਕੁਝ ਤਰਸ ਕਰੋ, ਕਿਰਪਾ ਕਰਕੇ ਦੱਸੋ ਕਿ ਪੱਥਰ ਤਾਂ ਮੈਂ ਬਣਨਾ ਹੀ ਹੈ, ਤੁਹਾਡਾ ਸ਼ਰਾਪ ਜਾਏਗਾ ਤਾਂ ਨਹੀਂ ਅਜਾਈ, ਤਾਂ ਮੇਰੀ ਮੁਕਤੀ ਕਦ ਹੋਵੇਗੀ। ਤਾਂ ਗੌਤਮ ਰਿਖੀ ਨੇ ਕਿਹਾ ਕਿ ਜਦ ਤ੍ਰੇਤੇ ਯੁੱਗ 'ਚ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਅਵਤਾਰ ਧਾਰਨਗੇ ਤੇ ਉਹਨਾਂ ਦੇ ਚਰਨ ਛੂਹ ਨਾਲ ਤੇਰੀ ਪੱਥਰ ਜੂਣ ਤੋਂ ਮੁਕਤੀ ਹੋਵੇਗੀ। ਤਾਂ ਅਹਲਿਆ ਕਹਿਣ ਲੱਗੀ, ਹੇ ਸਵਾਮੀ ਜੀ, ਅਜੇ ਤਾਂ ਦੁਆਪਰ ਯੁੱਗ ਆਵੇਗਾ, ਫਿਰ ਕਿਤੇ ਤ੍ਰੇਤੇ ਨਹੀਂ ਆਉਣਾ ਹੈ, ਇੰਨਾ ਚਿਰ ਪੱਥਰ ਦੀ ਜੂਨ 'ਚ ਮੈਨੂੰ ਰਹਿਣਾ ਪਵੇਗਾ। ਕਿਰਪਾ ਕਰਕੇ ਮੈਨੂੰ ਤੁਹਾਡੇ ਚਰਨਾਂ ਤੋਂ ਇੰਨਾ ਵਿਛੋੜਨਾ ਨਾ ਕਰੋ ਜੀ। ਤਾਂ ਗੌਤਮ ਰਿਖੀ ਜੀ ਕਹਿਣ ਲੱਗੇ, ਪਹਿਲਾਂ ਹੁਣ ਤ੍ਰੇਤਾ ਜੋਗੀ ਆਏਗਾ, ਵੇਖ ਲਓ। ਦੁਨੀਆ ਵਿੱਚ ਏਡੇ ਏਡੇ ਰਿਖੀ ਤਪਸਵੀ ਭਗਤ ਹੋ ਕੇ ਗੁਜ਼ਰ ਗਏ ਨੇ, ਜਿਨ੍ਹਾਂ ਇੱਕ ਵਚਨ ਦੇ ਨਾਲ ਪੂਰੇ ਦਾ ਪੂਰਾ ਜੋਗੀ ਪਲਟਾਤਾ। ਏਡੇ ਏਡੇ ਤਪਸਵੀ ਹੋਏ ਹਨ। ਫਿਰ ਕਹਿੰਦੇ ਬਾਅਦ 'ਚ ਦੁਆਪਰ ਆਵੇਗਾ, ਇਉਂ ਯੁੱਗ ਪਲਟਾਤਾ, ਬਦਲ ਦਿੱਤਾ। ਫਿਰ ਤ੍ਰੇਤੇ ਯੁੱਗ 'ਚ ਭਗਵਾਨ ਸ਼੍ਰੀ ਰਾਮ ਜੀ ਨੇ ਬਨਵਾਸ ਜਾਂਦੇ ਆ, ਜਿਹੜੇ ਜਤੀ ਸਤੀ ਮਹਾਂਪੁਰਖ ਸੀਗੇ, ਏਕਾ ਨਾਰੀ ਜਤੀ ਹੋਏ, ਮਰਿਆਦਾ ਪੁਰਸ਼ੋਤਮ ਰਹੇ ਨੇ। ਸੋ ਰਸਤੇ ਵਿੱਚ ਆਪਣੇ ਚਰਨ ਸੁਹਾ ਕੇ ਪੱਥਰ ਜੂਣ ਦੇ ਵਿੱਚ ਭਾਈ ਅਹਲਿਆ ਨੂੰ ਮੁਕਤ ਕੀਤਾ ਸੀਗਾ। ਉਹੀ ਇੱਥੇ ਨਾਮਦੇਵ ਜੀ ਜ਼ਿਕਰ ਕਰ ਰਹੇ ਨੇ, ਪਰਮੇਸ਼ਰ ਦੇ ਨਾਮ ਦੀ ਮਹਿਮਾ ਵਰਣਨ ਕਰ ਰਹੇ ਹਨ। ਗੌਤਮ ਸਤੀ ਸਿਲਾ ਨਿਸਤਰੀ, ਜੋ ਸਤਪੁਰਤਗੀ ਗੌਤਮ ਰਿਖੀ ਸੀ, ਉਹਦੀ ਸਿਲਾ ਪੱਥਰ ਵਿੱਚ ਬਣੀ ਹੋਈ ਅਹਲਿਆ ਨਾਮੇ ਇਸਤਰੀ ਤੇ ਪਰਮੇਸ਼ਰ ਦੇ ਨਾਮ ਸਿਮਰਨ ਦੇ ਪ੍ਰਤਾਪ ਕਰਕੇ ਵੇਖੋ ਸੰਸਾਰ ਸਮੁੰਦਰ ਤੋਂ ਤਰ ਗਈ ਸੀ। ਜਿਹੜੀ ਅੰਜਨੀ ਦਾ ਅਸਥਾਨ ਹੈ, ਹਜੂਰ ਸਾਹਿਬ ਗੋਦਾਵਰੀ ਟੱਪ ਕੇ ਗੁਰਦੁਆਰਾ ਸ਼ਿਕਾਰ ਘਾਟ ਨੂੰ ਜਾਂਦੇ ਆ, ਰਸਤੇ ਵਿੱਚ ਸੱਜੇ ਪਾਸੇ ਆਉਂਦਾ, ਉੱਥੇ ਹੀ ਹਨੂੰਮਾਨ ਦਾ ਜਨਮ ਹੋਇਆ ਸੀਗਾ। ਸੋ ਸ਼ਿਵ ਜੀ ਤੋਂ ਇੰਜ ਕੇਸੀ ਕਾਂਸ ਮਥਨ ਜਿਨ ਕੀਆ, ਜਿਸ ਪਰਮੇਸ਼ਰ ਨੇ ਕੇਸੀ ਨਾਮੇ ਦਾਨਵ ਨੂੰ ਤੇ ਕੰਸ ਨੂੰ ਮਲਨਾ ਕੀਤਾ। ਕੇਸੀ ਇੱਕ ਦੈਂਤ ਜੋ ਕੰਸ ਦੀ ਆਗਿਆ ਨਾਲ ਘੋੜੇ ਦੀ ਸ਼ਕਲ ਬਣਾ ਕੇ ਕ੍ਰਿਸ਼ਨ ਜੀ ਨੂੰ ਮਾਰਨ ਆਇਆ ਸੀ, ਪਰ ਕ੍ਰਿਸ਼ਨ ਨੇ ਇਹਦੇ ਮੂੰਹ 'ਚ ਆਪਣੀ ਬਾਂਹ ਪੱਥਰ ਦੀ ਬਣਾ ਕੇ ਪਾ ਦਿੱਤੀ ਸੀ, ਜਿਹਦੇ ਨਾਲ ਇਹਦੇ ਸਾਰੇ ਦੰਦ ਟੁੱਟ ਗਏ, ਇਹਦਾ ਸੰਗ ਫਟ ਗਿਆ ਤੇ ਲੇਦਰਾਂ ਹੀ ਇਹਦੇ ਪ੍ਰਾਣ ਨਿਕਲ ਗਏ ਸੀਗੇ। ਏਡਾ ਵੇਖੋ ਬਲੀ ਸੀਗਾ ਕ੍ਰਿਸ਼ਨ। ਇਉਂ ਜਿਸ ਨੇ ਕੇਸੀ ਤੇ ਕੰਸ ਨੂੰ ਮਲ ਸੁੱਟਿਆ, ਕੰਸ ਨੂੰ ਭਲਵਾਨ ਬਣ ਕੇ ਲਫੇੜਾ ਮਾਰਿਆ ਤੇ ਕੰਨ ਤੇ ਵੀ ਵੱਡਾ ਤੂੰ ਬਣਿਆ ਫਿਰਦਾ। ਸਗੀ ਭੈਣ ਨੂੰ ਕਿੰਨਾ ਦੁਖੀ ਕੀਤਾ ਵੇ, ਸਗੇ ਭਣਵਈਏ ਨੂੰ ਜੇਲ੍ਹ ਸੁੱਟਿਆ। ਪੁੱਤ ਇੱਧਰ ਆ, ਮੈਂ ਤੈਨੂੰ ਦੱਸਦਾ, ਨਿੱਕੇ ਨਿਆਣਿਆਂ ਦੇ ਵਾਰ ਕਰਨਾ ਕੋਈ ਸੂਰਮ ਗਤੀ ਨਹੀਂ ਹੈ। ਤੋ ਹੈ ਛੋਟਾ ਜਿਹਾ ਸੀ, ਭਾਵੇਂ ਚੁਸਤ ਸੀਗਾ, ਮਾਰ ਕੇ ਲਫੇੜਾ ਉਹਦਾ ਮੁਕਟ ਮਕਟੋ ਸੁੱਟਿਆ, ਧੂ ਕੇ ਕੇਸਾਂ ਤੋਂ। ਭੂਤਾਂ ਪ੍ਰੇਤਾਂ ਨੂੰ ਕੇਸਾਂ ਤੋਂ ਫੜਦੇ, ਕੇਸਾਂ ਤੋਂ ਫੜਿਆ ਬੰਦਾ ਭੱਜ ਨਹੀਂ ਸਕਦਾ, ਵਲੇਟਾ ਮਾਰ ਕੇ ਤੇ ਧੂ ਕੇ ਤਖਤ ਤੋਂ ਥੱਲੇ ਸੁੱਟ ਕੇ ਪਟਕਾ ਕੇ ਮਾਰ ਦਿੱਤਾ। ਇਉਂ ਕੰਸ ਨੂੰ ਕੇਸਾਂ ਦੇ ਵਾਲਾਂ ਤੋਂ ਪਕੜ ਕੇ ਮਲ ਸੁੱਟਿਆ ਸੀ, ਜਿਸ ਨੇ ਜੀ ਅਦਾਰ ਕਾਲੀ ਕਾਉ ਦੀਆ, ਅਤੇ ਜਿਸ ਨੇ ਕਾਲੀ ਨਾਗ ਨੂੰ ਜੀਵਨ ਰੂਪ ਦਾਨ ਦਿੱਤਾ ਸੀ। ਜਮਨਾ ਨਦੀ ਦੇ ਵਿੱਚ ਇੱਕ ਬੜਾ ਭਾਰੀ ਸੱਪ ਰਹਿੰਦਾ ਸੀਗਾ, ਜਿਹਦਾ ਨਾਮ ਸੀ ਕਾਲੀ ਨਾਗ। ਇਹ ਨਿਆਣਿਆਂ 'ਚ ਗੇਂਦ ਖੇਡਦਾ, ਉਹ ਗੇਂਦ ਕਿਤੇ ਜਮਨਾ 'ਚ ਡਿੱਗ ਪਈ ਤੇ ਮਗਰੇ ਹੀ ਗੇਂਦ ਕੱਢਣ ਦੇ ਬਹਾਨੇ ਇਹਨੇ ਜਾ ਫੜਿਆ ਉਹਨੂੰ। ਉਹਨੇ ਜਮਨਾ 'ਚ ਜ਼ਹਿਰ ਖਿਲਾਰਤੀ,
ਉਸ ਵੇਲੇ ਜਿਹੜੇ ਜਮਨਾ 'ਚੋਂ ਪਾਣੀ ਪੀਣੋਂ ਆਦਮੀ, ਬੱਚੇ, ਪੰਛੀ ਆਦਿ ਸਾਰੇ ਮਰ ਗਏ। ਜਦ ਭਗਵਾਨ ਕ੍ਰਿਸ਼ਨ ਜੀ ਨੂੰ ਪਤਾ ਲੱਗਾ ਤਾਂ ਇੱਕ ਬ੍ਰਿਕਸ਼ 'ਤੇ ਚੜ੍ਹ ਗਏ। ਜਦ ਕਾਲੀ ਨਾਗ ਆਇਆ ਤੇ ਛਾਲ ਮਾਰ ਕੇ ਉਹਦੀਆਂ ਫੰਨ੍ਹਾਂ ਉੱਪਰ ਤੇ ਨਿਰਤਕਾਰੀ ਕੀਤੀ। ਹੈ ਬੜਾ ਕੌਤਕੀ ਸੀਗਾ। ਉਹਦੇ ਸਾਰੇ ਫੰਨ ਭੰਨ ਸੁੱਟੇ ਛੋਟੇ ਛੋਟੇ ਪੈਰਾਂ ਨਾਲ ਹੀ, ਤੇ ਉਹਨੂੰ ਖਿੱਚ ਕੇ ਬਾਹਰ ਬਰੇਤੀ 'ਚ ਲੈ ਆਂਦਾ ਵੀ ਇੱਧਰ ਆ ਪੁੱਤ, ਤੂੰ ਇੰਨਾ ਦੁਨੀਆ ਨੂੰ ਦੁਖੀ ਕੀਤਾ। ਉਸ ਵੇਲੇ ਇਹਦੀਆਂ ਨਾਗਣੀਆਂ ਨੇ ਭਗਵਾਨ ਨੂੰ ਬੇਨਤੀ ਕੀਤੀ, ਮਹਾਰਾਜ ਸਾਨੂੰ ਜੀ ਦਾਨ ਬਖਸ਼ੋ, ਸਾਡੇ ਪਤੀ ਨੂੰ ਮੁਕਤ ਕਰੋ। ਭਗਵਾਨ ਜੀ ਨੇ ਕਿਹਾ ਚੰਗਾ, ਫਿਰ ਦੱਖਣ ਵਾਲੇ ਪਾਸੇ ਚਲੇ ਜਾਓ। ਕਾਲੀ ਨਾਗੇ ਨੇ ਕਿਹਾ ਕਿ ਭਗਵਾਨ ਜੀ ਦੱਖਣ ਤਾਂ ਗਰੁੜ ਦਾ ਡਰ ਰਹਿੰਦਾ ਹੈ। ਭਗਵਾਨ ਜੀ ਕਹਿੰਦੇ ਤੇਰੇ ਫੰਨ੍ਹਾਂ ਉੱਪਰ ਮੇਰੇ ਚਰਨਾਂ ਦੇ ਚਿੰਨ੍ਹ ਜਾਣ ਕੇ ਗਰੁੜ ਤੈਨੂੰ ਕੁਝ ਨਹੀਂ ਕਹਿ ਸਕੇਗਾ। ਇੰਜ ਭਗਵਾਨ ਕ੍ਰਿਸ਼ਨ ਨੇ ਕਾਲੀ ਨਾਗ ਨੂੰ ਜਮਨਾ 'ਚ ਜ਼ਹਿਰ ਪਾਉਂਦਾ ਜਾਣ ਕੇ ਨੱਥਿਆ ਸੀ ਅਤੇ ਉਹਨੂੰ ਜੀਵਨ ਦਾਨ ਦਿੱਤਾ ਸੀ। ਪ੍ਰਣਵੈ ਨਾਮਾ ਐਸੋ ਹਰੀ। ਭਗਤ ਨਾਮਦੇਵ ਜੀ ਬੇਨਤੀ ਪੂਰਵਕ ਕਥਨ ਕਰਦੇ ਕਿ ਅਜਿਹਾ ਹਰੀ ਪਰਮੇਸ਼ਰ ਹੈ। ਹਾਂਜੀ, ਸਮਝੇ ਨਾ ਸਮਝੇ ਕਿ ਨਹੀਂ? ਇਹ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦੀ ਖੇਡ, ਉਹਦੇ ਕੌਤਕ ਨੇ। ਮਤਲਬ ਆਪਾਂ ਤਾਂ ਫਿਰ ਵੀ ਚਲੋ ਚੰਗੇ ਬਣਨ ਦੀ ਕੋਸ਼ਿਸ਼ ਵਿੱਚ ਆ, ਅਰਦਾਸ ਬੇਨਤੀ ਕਰਦੇ ਹੀ ਆ ਨਹਾ ਧੋ ਕੇ। ਤੇ ਵੇਖੋ ਜਿਹੜੇ ਬੁਰੀ ਭਾਵਨਾ ਵਾਲੇ ਸੀਗੇ, ਜਿੰਨੇ ਫੂਕ ਮਾਰ ਕੇ ਜਮਨਾ ਦਾ ਪਾਣੀ ਜ਼ਹਿਰੀਲਾ ਕਰ ਦਿੱਤਾ, ਉਹਨੂੰ ਵੀ ਭਗਵਾਨ ਨੇ ਤਾਰਤਾ। ਤੇ ਅਹਲਿਆ ਮੰਦ ਕਰਮੀ, ਮੰਦ ਵਾਸ਼ਨਾ, ਉਹਨੂੰ ਵੀ ਤਾਰਤਾ। ਕੰਸ ਦਾ ਵੀ ਉਧਾਰ ਕੀਤਾ, ਕੇਸੀ ਦਾ ਵੀ ਕੀਤਾ, ਪੂਤਨਾ ਦਾਈ ਦਾ ਵੀ ਕੀਤਾ। ਤੇ ਸਾਡਾ ਕਿਉਂ ਨਹੀਂ ਮਹਾਰਾਜ ਕਰੂਗਾ ਉਧਾਰ? ਭਾਈ ਕਿਉਂ ਨਹੀਂ ਭਰੋਸਾ ਰੱਖਦੇ? ਭਰੋਸੇ ਵਾਲਿਆਂ ਦੇ ਬੇੜੇ ਪਾਰ ਹਨ। ਧੰਨੇ ਨੇ ਵੇਖੋ ਪੱਥਰ ਤੇ ਭਰੋਸਾ ਰੱਖਿਆ ਤੇ ਉਹਦੇ ਚੋਂ ਖੂਹ ਤੇ ਬੈਠਿਆ ਰੱਬ ਪਾਲਿਆ। ਗਾਂ ਦੇ ਗੋਹੇ ਦਾ ਧੂਪ ਦਿਖਾ ਕੇ ਰੱਬ ਨੂੰ ਪਾਲਿਆ। ਜਿਹੜੇ ਮਿੱਸੇ ਪ੍ਰਸ਼ਾਦੇ, ਲੱਸੀ ਪਿਆ ਕੇ ਮਹਾਰਾਜ ਨੂੰ ਖੁਸ਼ ਕਰ ਦਿੱਤਾ। ਤੇ ਆਪਾਂ ਰੋਜ਼ ਦੁੱਧ ਮਲਾਈਆਂ ਖੀਰ ਦਾ ਭੋਗ ਲਗਾਉਣੇ ਆ ਤੇ ਚੰਗੇ ਭਲੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਜਿਹੜਾ ਖੁਦ ਭਗਵਾਨ ਹੈ। ਵਾਹ ਵਾਹ ਬਾਣੀ ਨਿਰੰਕਾਰ। ਫਿਰ ਵੀ ਸਾਡੇ ਤੇ ਮਹਾਰਾਜ ਪ੍ਰਸੰਨ ਨਹੀਂ ਰਹਿੰਦਾ। ਕਾਰਨ ਕੀ ਹੈ? ਵੀ ਸਾਡਾ ਭਰੋਸਾ ਨਹੀਂ, ਸਾਡਾ ਵਿਸ਼ਵਾਸ ਨਹੀਂ ਹੈ। ਕਿਆ ਸੋਹਣਾ ਗੁਰੂ ਘਰ ਹੈ। ਉਹਨੇ ਵੇਖੋ ਮੱਝਾਂ ਗਾਵਾਂ ਖੂਹ ਤੇ ਰੱਬ ਨੂੰ ਪਾਲਿਆ ਸੀਗਾ। ਸਾਨੂੰ ਮਹਾਰਾਜ ਇੰਨਾ ਸੋਹਣਾ ਗੁਰਦੁਆਰਾ ਦਿੱਤਾ, ਫਿਰ ਵੀ ਸਾਡੇ ਮਨ 'ਚ ਭਰੋਸਾ ਨਹੀਂ ਆ ਰਿਹਾ। ਦੇਵਾ ਪਾਹਣ ਤਾਰੀ ਹਲੇ। ਇੱਕ ਦੇਵਾ ਨਾਮੇ ਪੰਡਤ ਨੇ ਪੱਥਰ ਦੀ ਮੂਰਤੀ ਚੋਂ ਹੀ ਭਗਵਾਨ ਦੇ ਦਰਸ਼ਨ ਕਰ ਲਏ ਸੀਗੇ। ਜਿਹੜੀ ਮਾਲਾ ਸੀਗੀ ਉਹਦੇ ਗਲ 'ਚ ਪਈ ਤੇ ਉਹ ਦਾੜਾ ਲਾਤਾ ਮਹਾਰਾਜ ਨੇ, ਉਹ ਕੇਸ ਲੱਗਾ ਸੀ ਉਹਦੇ ਨਾਲ। ਤੇ ਰਾਜੇ ਨੇ ਜਦ ਉਹ ਦਾੜਾ ਪੱਟਿਆ ਤੇ ਉਹ ਜਿਸ ਤਰ੍ਹਾਂ ਖੂਨ ਨਿਕਲਦਾ ਕੇਸ ਪੁੱਟਣ ਤੋਂ, ਇਸ ਤਰ੍ਹਾਂ ਮੂਰਤੀ 'ਚੋਂ ਖੂਨ ਨਿਕਲਿਆ ਸੀ। ਇਹ ਕੌਤਕ ਹੋਇਆ ਦੇਵਾ ਪੰਡਤ ਦੇ ਨਾਲ। ਫਿਰ ਉਹਨੂੰ ਭਰੋਸਾ ਵੱਜ ਗਿਆ। ਉਸ ਤੋਂ ਬਾਅਦ ਉਸ ਮੰਦਿਰ 'ਚ ਰਾਜਿਆਂ ਦਾ ਜਾਣਾ ਰੋਕ ਲਾ ਦਿੱਤੀ। ਅਜੇ ਤੱਕ ਕੋਈ ਰਾਜਾ ਨਹੀਂ ਕਹਿੰਦੇ ਉੱਥੇ ਜਾਂਦਾ। ਦੇਵਾ ਪਾਹਣ ਤਾਰੀ ਅਲੇ, ਰਾਮ ਕਹਿਤ ਜਨ ਕਸ ਨਾ ਤਰੇ। ਆਪਾਂ ਤਾਂ ਚੰਗੀ ਭਲੀ ਬਾਣੀ ਪੜ੍ਹਦੇ ਹਾਂ, ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਰਾਮ ਰਾਮ ਕਰਦੇ ਹਾਂ, ਕਿਉਂ ਨਹੀਂ ਤਰਾਂਗੇ ਭਾਈ? ਧੰਨੇ ਨੇ ਪੱਥਰ ਚੋਂ ਭਗਵਾਨ ਪਾ ਲਿਆ। ਦੇਵਾ ਪਾਹ ਨੇ ਪੱਥਰ ਦੀ ਮੂਰਤੀ ਤੋਂ ਦਰਸ਼ਨ ਕਰ ਲਏ। ਨਾਮਦੇਵ ਨੂੰ ਨਾਨਾ ਜੀ ਭੋਗ ਲਵਾਉਣ ਲਈ ਕਹਿ ਗਏ, ਉਹਨੇ ਪੱਥਰ ਦੀ ਮੂਰਤੀ ਨੂੰ ਦੁੱਧ ਪਿਆਤਾ। ਤੇ ਸਾਡਾ ਤਾਂ ਚੰਗਾ ਭਲਾ ਮਹਾਰਾਜ ਹੈ, ਜਿਹਦੇ ਵਿੱਚ ਕਹਿੰਦੇ ਨੇ ਆਪਣਾ ਆਗਿਆ ਪਾਈ ਅਕਾਲ ਕੀ ਤभी ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਦਸਾਂ ਪਾਤਸ਼ਾਹੀਆਂ ਦੀ ਜੋਤ ਜੋ ਪ੍ਰਭ ਕੋ ਮਿਲਿਓ ਚਾਹੇ ਖੋ ਸ਼ਬਦ ਮਿਲੇ। ਕਿਉਂ ਨਹੀਂ ਮਿਲੇਗਾ? ਜੇ ਨਿਸ਼ਚਾ ਹੋ ਤਾਂ ਜ਼ਰੂਰ ਮਿਲੂਗਾ। ਰਹਾਉ ਤਾਰੀ ਲੈ ਗਣਕਾ ਬਿਨ ਰੂਪ ਕੁਬਜਾ, ਵਿਆਦ ਅਜਾਮਲ ਤਾਰੀ ਅਲੇ। ਗਣਕਾ ਤਾਰ ਦਿੱਤੀ, ਬਿਨਾਂ ਰੂਪ ਤੋਂ ਕੁਬਜਾ ਤਾਰ ਦਿੱਤੀ। ਵਿਆਦ ਜਿਹਨੇ ਕ੍ਰਿਸ਼ਨ ਦੇ ਪੈਰਾਂ 'ਚ ਤੀਰ ਮਾਰਿਆ ਉਹਨੂੰ ਤਾਰਤਾ, ਮਾਰਨ ਵਾਲੇ ਬੰਦੇ ਨੂੰ। ਤੇ ਅਜਾਮਲ ਨੂੰ ਤਾਰਤਾ। ਚਰਨ ਬਦਕ ਜਨ ਦੇਉ ਮੁਕਤ ਭਏ।
ਕ੍ਰਿਸ਼ਨ ਦੇ ਪੈਰਾਂ 'ਚ ਨਿਸ਼ਾਨਾ ਮਾਰਨ ਵਾਲੇ ਸ਼ਿਕਾਰੀ ਅਜਿਹੇ ਵਿਕਾਰੀ ਬੰਦੇ ਤੇਰੀ ਮਿਹਰ ਨਾਲ ਹੀ ਪ੍ਰਮਾਤਮਾ ਮੁਕਤ ਹੋ ਗਏ। ਬਦਕ ਜਿਹਦੀ ਖਾਤਰ ਭਗਵਾਨ ਨੇ ਚਤੁਰਭੁਜੀ ਰੂਪ ਧਾਰਿਆ ਸੀਗਾ। ਹਉ ਬਲ ਬਲ ਜਨ ਰਾਮ ਕਹੇ, ਇਸ ਲਈ ਅਸੀਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਇਸ ਭਿਆਨਕ ਕਲਯੁਗ ਵਿੱਚ ਵਾਹਿਗੁਰੂ ਦਾ ਨਾਮ ਆਖਿਆ। ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ। ਜਪਹੀਨ ਤਪਹੀਨ ਜਿਨ੍ਹਾਂ ਦਾ ਕੋਈ ਜਪ ਨਹੀਂ ਸੀਗਾ, ਕੋਈ ਤਪ ਨਹੀਂ ਸੀਗਾ, ਕੁਲਹੀਨ ਕੋਈ ਉੱਚੀ ਕੁਲ ਨਹੀਂ ਸੀਗੀ, ਕਰਮਹੀਨ ਜਿਨ੍ਹਾਂ ਦਾ ਕੋਈ ਚੰਗਾ ਕਰਮ ਨਹੀਂ ਸੀਗਾ। ਤੁਸੀਂ ਤਾਂ ਚੰਗੀ ਬੜੀ ਸੇਵਾ ਕਰਦੇ ਹੋ, ਉੱਚੀ ਕੁਲ ਵਾਲੇ ਹੋ। ਸਭ ਕੁਛ ਮਹਾਰਾਜ ਨੇ ਜਪ ਤਪ ਸਭ ਕੁਝ ਬਖਸ਼ਿਆ। ਨਾਮੇ ਕੇ ਸਵਾਮੀ ਤਿਉ ਤਰੇ, ਨਾਮਦੇਵ ਦੇ ਸਵਾਮੀ ਦੀ ਕਿਰਪਾ ਨਾਲ ਤਾਂ ਇਹੋ ਜਿਹੇ ਤਰ ਗਏ। ਆਪਾਂ ਤਾਂ ਚੰਗੇ ਭਲੇ ਆ, ਅੰਮ੍ਰਿਤਧਾਰੀ ਆ ਭਾਈ, ਖਾਲਸਾ ਕਹਾਉਂਦੇ ਆਪਣੇ ਆਪ ਨੂੰ, ਤੇ ਫਿਰ ਵੀ ਸਾਡਾ ਮਨ ਢਿੱਲਾ ਜਿਹਾ ਕਿਉਂ ਹੈ, ਖੁਸ਼ ਕਿਉਂ ਨਹੀਂ ਰਹਿੰਦਾ? ਇੱਕੋ ਹੀ ਕਾਰਨ ਹੈ ਕਿ ਸਾਡਾ ਨਿਸ਼ਚਾ ਨਹੀਂ ਹੈ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਜਾਂ ਫਿਰ ਆਪਾਂ ਸੁਣਦੇ ਨਹੀਂ ਜਾਂ ਸੁਣਨ ਦੀ ਅਮਲ ਨਹੀਂ ਕਰਦੇ, ਕੁਛ ਨਾ ਕੁਛ ਤਾਂ ਨੁਕਸ ਹੈ, ਕਿਤੇ ਨਾ ਕਿਤੇ ਜਾ ਕੇ ਤਾਂ ਗਲਤੀ ਹੈ। ਸੋ ਸੋਚਣਾ ਪਏਗਾ, ਜੇ ਸੱਚਮੁੱਚ ਹੀ ਆਪਾਂ ਸੁਣਦੇ ਹਾਂ ਤੇ ਦੁੱਖ ਪਾਪ ਨੱਸਣੇ ਚਾਹੀਦੇ, ਮਨ ਆਨੰਦ ਬਾਗੋ ਬਾਗ ਹੋ ਜਾਣਾ ਚਾਹੀਦਾ। ਬਸੰਤ ਚੜ੍ਹਿਆ, ਫੁੱਲੀ ਬਣ ਰਾਏ, ਸਾਰੀ ਬਨਸਪਤੀ ਦੇ ਫੁੱਲ ਖਿੜ ਰਹੇ ਨੇ। ਮੱਝਾਂ ਗਾਵਾਂ ਵੇਖੋ ਕਿੰਨੀਆਂ ਪ੍ਰਫੁੱਲਤ ਹਨ, ਕਿੰਨੇ ਬਾਗ ਬਗੀਚੇ, ਕਿੰਨੀ ਸੋਹਣੀ ਹਰਿਆਵਲਤਾ, ਸਭ ਕੁਛ ਬਸੰਤ ਰੁੱਤ ਵਿੱਚ ਖਿੜਿਆ। ਆਪਾਂ ਹੀ ਕਿਉਂ ਮੁਰਝਾਏ ਹੋਏ ਹਾਂ, ਕਿਉਂ ਉਦਾਸ ਹਾਂ, ਕਿਉਂ ਮਨ ਵਿੱਚ ਖੁਸ਼ੀ ਨਹੀਂ ਹੈ? ਸੋ ਸਾਡੀ ਆਪ ਦੀ ਕੋਈ ਨਾ ਕੋਈ ਗਲਤੀ ਹੋਊਗੀ, ਉਹ ਸਾਨੂੰ ਕਮੀ ਪੇਸ਼ੀ ਲੱਭਣੀ ਪਏਗੀ। ਮਹਾਰਾਜ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਪ੍ਰਣਮੈ ਨਾਮਾ ਐਸੋ ਹਰੀ। ਨਾਮਦੇਵ ਜੀ ਬੇਨਤੀ ਪੂਰਵ ਕਥਨ ਕਰਦੇ ਕਿ ਅਜਿਹਾ ਹਰੀ ਪਰਮੇਸ਼ਰ ਹੈ। ਜਾਸ ਜਪਤ ਭੈ ਆਪਦਾ ਟਰੀ। ਜਿਸ ਨਾਮ ਨੂੰ ਜਪਦੇ ਹਾਂ, ਜਿਸ ਵਾਹਿਗੁਰੂ ਦਾ ਜਾਪ ਜਪਦੇ ਹਾਂ, ਡਰ ਅਤੇ ਕਾਲ ਦੀ ਬਿਪਤਾ ਟਲ ਜਾਂਦੀ ਹੈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੈ ਆਪਣੇ ਕੋ, ਸਾਸ ਸਾਸ ਪ੍ਰਤਪਾਲੇ। ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ, ਆਦ ਅੰਤ ਭਰੋਸਾ ਦਾ ਸਹਾਈ। ਧਨ ਹਮਾਰਾ ਮੀਤ। ਭੁੱਲਣਾ ਚੁੱਕਾ ਖਿਮਾ ਕਰਨੀ ਹੈ ਜੀ, ਅੱਗੇ ਤੋਂ ਸਮਤ ਬਖਸ਼ਣੀ। ਏਸੀ ਕੰਸ ਮਥਨ ਜਿਨ ਕੀਆ, ਜੀਅ ਦਾਨ ਕਾਲੀ ਕਉ ਦੀਆ। ਪ੍ਰਣਵੈ ਨਾਮਾ ਐਸੋ ਹਰੀ। ਜਾਸ ਜਪਦ ਭੈ ਆਪਦਾ ਟਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿਜ ਛੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸੱਚੇ ਸਾਹਿਬਾ ਕਿਆ ਨਹੀਂ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਧੇਰੇ। ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇ।